ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਤੂ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੇਂ ਰਹੋ ਰਜਾਈ। ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹੋ। ਆਪ ਸਾਰੇ ਧੰਤਾ ਦੇ ਯੋਗ ਹੋ, ਜੋ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਗੁਰੂ ਮਹਾਰਾਜ ਆਪ ਜੀ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਣ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਸਤਿਗੁਰੂ ਆਪ ਕਿਰਪਾ ਕਰਕੇ ਲੈ ਰਹੇ ਹਨ। ਆਖਰੀ ਪੜਾਅ 'ਤੇ ਸਤਿਗੁਰੂ ਅੱਜ 38ਵੀਂ ਪੌੜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਨੀ ਹੈ। ਉਸ ਤੋਂ ਬਾਅਦ ਫਿਰ ਸਲੋਕ ਦੀ ਹੋਣੀ ਹੈ, ਅਤੇ ਜੇ ਮਹਾਰਾਜ ਨੇ ਕਿਰਪਾ ਕੀਤੀ ਤੇ ਉਸ ਤੋਂ ਅਗਲੇ ਹਫ਼ਤੇ ਫਿਰ ਅਸੀਂ ਪੂਰੇ ਜਪਜੀ ਸਾਹਿਬ ਜੀ ਦਾ ਮਹਾਤਮ ਆਪ ਜੀ ਨਾਲ ਸਾਂਝ ਕਰਨ ਦਾ ਉਪਰਾਲਾ ਕਰਾਂਗੇ। ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸੱਚੇ ਪਿਤਾ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵੱਲ ਧਿਆਨ ਰੱਖ ਕੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। 34, 35, 36 ਅਤੇ 37 ਇਹਨਾਂ ਚਾਰਾਂ ਪੌੜੀਆਂ ਦੇ ਅੰਦਰ ਗੁਰੂ ਸਾਹਿਬ ਨੇ ਉਹ 5 ਖੰਡਾਂ ਦਾ ਅਸੀਂ ਜ਼ਿਕਰ ਸਾਂਝ ਕੀਤਾ ਸੀ। ਗੁਰੂ ਸਾਹਿਬ ਨੇ ਉਹਦੇ ਵਿੱਚ ਸੱਚਖੰਡ ਤੱਕ ਸਿੱਖ ਨੂੰ ਪਹੁੰਚਾਉਣ ਵਾਸਤੇ ਜੋ ਇੱਕ ਨਵੇਕਲਾ ਢੰਗ ਅਤੇ ਸੌਖਾ ਉਪਰਾਲਾ ਸਾਨੂੰ ਕਰਨ ਵਾਸਤੇ ਦਿੱਤਾ, ਤਾਂ ਕਿ ਹਰ ਕੋਈ ਸਰੀਰ ਕੋਈ ਗੁੰਝਲਾਂ ਵਿੱਚ ਪੈ ਕੇ ਮੁਸ਼ਕਲਾਂ ਵਿੱਚ ਜਾਂ ਭਾਰ ਸਮਝ ਕੇ ਪਰਮਾਤਮਾ ਦੇ ਘਰ ਨਾ ਜੁੜੇ। ਕਾਰਜ ਉਹੀ ਸਿੱਧ ਹੁੰਦੇ ਨੇ ਜਿਹੜੇ ਸਹਿਜ ਸੁਭਾਅ ਔਰ ਬੜੇ ਹੀ ਨਿਮਰਤਾ ਸਹਿਤ ਬਿਨਾਂ ਬੋਝ ਤੋਂ ਬੰਦਾ ਕਾਰਜ ਕਰੇ, ਕਿਉਂਕਿ ਇਹ ਪਰਮਾਤਮਾ ਦਾ ਮਾਰਗ ਹੈ। ਇੱਥੇ ਅਸੀਂ ਬੱਦਾ ਚੱਟੀ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਨੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਜਿਹੜੇ ਕਾਰਜ ਬੱਦਾ ਚੱਟੀ ਵਿੱਚ ਹੁੰਦੇ ਨੇ ਉਹ ਨਾ ਉਹਦਾ ਕੋਈ ਗੁਣ ਅਤੇ ਨਾ ਉਹਦਾ ਕੋਈ ਉਪਕਾਰ ਮਿਲਦਾ ਹੈ। ਤਾਂ ਕਾਰਜ ਅਸੀਂ ਜਦੋਂ ਵੀ ਪਰਮਾਤਮਾ ਦੇ ਕਾਰਜ ਕਰੀਏ, ਦੁਨੀਆ ਦੇ ਕਾਰਜ ਭਾਵੇਂ ਬੱਦਾ ਚੱਟੀ ਕਰ ਲਓ, ਪਰ ਸਾਡੀ ਇੱਥੇ ਗੇਮ ਉਲਟੀ ਹੈ। ਅਸੀਂ ਦੁਨੀਆ ਦੇ ਕਾਰਜ 'ਤੇ ਬੜੇ ਮਨ ਲਗਾ ਕੇ ਕਰਨੇ ਹਾਂ। ਮੈਨੂੰ ਖਿਮਾ ਕਰ ਦੇਣਾ, ਜਿਹੜੇ ਪਰਮਾਤਮਾ ਦੇ ਕਾਰਜ ਨੇ ਉਹ ਅਸੀਂ ਬੱਦਾ ਚੱਟੀ ਕਰਨੇ ਹਾਂ। ਤੋ ਜਿੱਥੇ ਅਸੀਂ ਕਾਰਜ ਦੁਨੀਆ ਦੇ ਕਰਨ ਵਕਤ ਮਨ ਨੂੰ ਸ਼ਾਮਲ ਕਰ ਦਿੰਦੇ ਹਾਂ, ਅਤੇ ਕਿੱਥੇ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਸਤਿਗੁਰੂ ਵੱਲ ਧਿਆਨ ਰੱਖ ਲਈਏ। ਤੋ ਗੁਰੂ ਮਹਾਰਾਜ ਨੇ ਅੱਜ ਅਖੀਰਲੀ 38ਵੀਂ ਪੌੜੀ ਦੇ ਅੰਦਰ ਬੜਾ ਹੀ ਇੱਕ
ਜਪਜੀ ਸਾਹਿਬ ਦਾ ਮੈਂ ਕਹਾਂ ਸਾਰਾਂਸ਼ ਮਹਾਰਾਜ ਨੇ ਇਸ 38ਵੀਂ ਪੌੜੀ ਵਿੱਚ ਦਿੱਤਾ ਹੈ। ਜੋ ਜੀਵਨ ਦੀ ਜਾਂਚ ਕੀ ਹੈ ਉਹ ਸਾਨੂੰ ਦੱਸੀ ਹੈ। ਔਰ ਇੱਕ ਜਿਸ ਤਰ੍ਹਾਂ ਸੁਨਿਆਰੇ ਦੀ ਦੁਕਾਨ ਹੁੰਦੀ ਹੈ ਨਾ, ਜਵੈਲਰ, ਉਹ ਸਾਰੀ ਪਿਕਚਰ ਸਾਡੇ ਸਰੀਰ ਦੇ ਅੰਦਰ ਮਹਾਰਾਜ ਨੇ ਖਿੱਚ ਕੇ ਦੱਸ ਦਿੱਤੀ ਹੈ। ਦੇਖੋ ਪੁਰਾਤਨ ਸਮੇਂ ਸਾਨੂੰ ਯਾਦ ਹੈ, ਕਾਫੀ 35-40 ਸਾਲ ਪੁਰਾਣੀ ਗੱਲ ਹੈ। ਅੱਜ ਕੱਲ੍ਹ ਤਾਂ ਇਹ ਟਰੈਂਡ ਥੋੜ੍ਹਾ ਜਿਹਾ ਚੇਂਜ ਹੋ ਗਿਆ ਹੈ। ਜਦੋਂ ਸੁਨਿਆਰੇ ਦੀ ਅਸੀਂ ਦੁਕਾਨ 'ਤੇ ਜਾਂਦੇ ਹਾਂ ਨਾ, ਤੇ ਕੀ ਵੇਖਦੇ ਸਨ, ਜਿੱਥੇ ਉਹ ਬੈਠਾ ਹੈ ਉਹਦੇ ਨਾਲ ਉਹਨੇ ਇੱਕ ਨਾ ਮਿੱਟੀ ਦੀ ਇੱਕ ਕੋਠਾਰੀ ਬਣਾ ਰੱਖੀ ਹੈ, ਨਾਲ ਉਹਨੇ ਆਪਣਾ ਸਾਰੇ ਔਜ਼ਾਰ ਰੱਖੇ ਹੋਏ ਨੇ, ਔਰ ਉਹ ਕੋਠਾਰੀ ਭਾਂਡੇ ਦੇ ਅੰਦਰ ਜਿਹਦੇ ਵਿੱਚ ਉਹ ਸੋਨੇ ਨੂੰ ਉਬਾਲਦਾ ਹੈ, ਸੋਨੇ ਨੂੰ ਗਰਮ ਕਰਦਾ ਹੈ, ਉਹ ਸਾਰੀ ਦੁਕਾਨ ਦੇ ਵਿੱਚ ਹੀ ਉਹ ਕਾਰਜ ਕਰਦਾ ਸੀ। ਮਹਾਰਾਜ ਨੇ ਉਸ ਸਮੇਂ ਦਾ ਉਹ ਸਾਰਾ ਹੀ ਸੀਨ ਖਿੱਚ ਕੇ ਸਾਡੇ ਸਰੀਰ ਨਾਲ, ਮੈਂ ਤਾਂ ਇਹ ਜ਼ਿਕਰ ਕਰ ਰਿਹਾ ਕਿਉਂਕਿ ਇਹ ਸੁਨਿਆਰੇ ਦੀ ਦੁਕਾਨ ਦੇ ਨਾਲ ਸਾਨੂੰ ਜੋੜ ਕੇ ਮਹਾਰਾਜ ਨੇ ਕੀ ਸੇਧ ਦੇਣਾ ਚਾਹ ਰਹੇ ਨੇ, ਉਹ ਅੱਜ ਇਸ 38ਵੀਂ ਪੌੜੀ ਦੇ ਵਿੱਚ ਅਸੀਂ ਸਰਵਨ ਕਰਨੀ ਹੈ। ਦੇਖੋ ਕਿਉਂ ਮਹਾਰਾਜ ਨੇ ਸੁਨਿਆਰੇ ਦੀ ਦੁਕਾਨ ਚੁਣੀ ਹੈ, ਸਾਨੂੰ ਸਮਝਾਉਣ ਵਾਸਤੇ। ਉਦਾਹਰਣ ਹੈ, ਕਿਉਂਕਿ ਜੇ ਮੈਂ ਵੇਖਣਾ ਕਰਿਆਨੇ ਦੀ, ਮੁਨਿਆਰੀਆਂ ਦੀ, ਹੋਰ ਕਈ ਦੁਕਾਨਾਂ 'ਤੇ ਤੁਸੀਂ ਜਾਓ, ਤੁਸੀਂ ਰਸ਼ ਹੁੰਦਾ ਉੱਥੇ, ਕਈ ਦੁਕਾਨਾਂ 'ਤੇ ਚਲੇ ਜਾਓ, ਪਰ ਕਦੀ ਤੁਸੀਂ ਧਿਆਨ ਨਾਲ ਝਾਤ ਮਾਰੋ, ਸੁਨਿਆਰੇ ਦੀ ਦੁਕਾਨ 'ਤੇ ਰਸ਼ ਨਹੀਂ ਹੋਏਗਾ। ਇੱਕਾ ਦੁੱਕਾ 2 ਜਾਂ 3 ਕਾਕ ਬੈਠੇ ਹੋਣਗੇ। ਤੇ ਕਦੀ ਕਿੱਥੇ ਤੁਸੀਂ ਹੋਰ ਕਿੱਥੇ ਚਲੇ ਜਾਓ, ਕਿਤੇ ਸੌਦਾ ਲੈਣ, ਘਰ ਦਾ ਰਸਤ ਲੈਣ ਵਾਸਤੇ ਚਲੇ ਜਾਓ, ਤੁਹਾਨੂੰ ਸ਼ਾਇਦ ਲੈਣ ਵੀ ਲੱਗਣਾ ਪਵੇ, ਉੱਥੇ ਰਸ਼ ਵੀ ਹੋਵੇ। ਸੁਨਿਆਰੇ ਦੀ ਦੁਕਾਨ 'ਤੇ ਕਿਉਂ ਨਹੀਂ ਰਸ਼ ਹੁੰਦਾ? ਕਿਉਂਕਿ ਉਸ ਦੁਕਾਨ ਦੇ ਅੰਦਰ ਕੀਮਤੀ ਸਮਾਨ ਪਿਆ, ਤੇ ਕੀਮਤੀ ਸਮਾਨ ਲੈਣ ਵਾਸਤੇ ਕੋਈ ਵਿਰਲਾ ਹੀ ਉਸ ਦੁਕਾਨ 'ਤੇ ਜਾਂਦਾ ਹੈ। ਫਿਰ ਸਮਝੋ, ਤੁਸੀਂ ਸੁਨਿਆਰੇ ਦੁਕਾਨ 'ਤੇ ਕਦੀ ਰਸ਼ ਨਹੀਂ ਹੋਏਗਾ ਕਿ ਟੋਕਨ ਮਿਲ ਰਹੇ ਹੋਣ ਤੇ ਲੈਣਾ ਲੱਗੀਆਂ ਹੋਣ ਕਿ ਬਈ ਤੁਹਾਡਾ ਨੰਬਰ ਇਸ ਤੋਂ ਬਾਅਦ ਆਏਗਾ। ਕਈ ਵਾਰੀ ਅਸੀਂ ਡਾਕਟਰ ਕੋਲ ਵੀ ਜਾਈਏ ਤੇ ਲੈਣਾ ਲੱਗੀਆਂ ਹੁੰਦੀਆਂ ਨੇ, ਕਈ ਵਾਰੀ ਕਿਸੇ ਹੋਰ ਜਗ੍ਹਾ 'ਤੇ ਜਾਈਏ, ਕਿਸੇ ਜਗ੍ਹਾ ਦੀ ਚੀਜ਼ ਖਾਣ ਵਾਲੀ ਅੱਛੀ ਹੋਵੇ ਤੇ ਉੱਥੇ ਲੈਣ ਲੱਗੀ ਹੁੰਦੀ ਹੈ। ਪਰ ਮੈਂ ਤੇ ਅੱਜ ਤੱਕ ਸੁਨਿਆਰੇ ਦੀ ਦੁਕਾਨ 'ਤੇ ਬਾਹਰ ਤੱਕ ਰਸ਼ ਨਾ ਵੇਖਿਆ ਹੋਵੇ ਕਿ ਉਹਦੀ ਦੁਕਾਨ ਦੇ ਵਿੱਚ ਗੋਲਡ ਡਾਇਮੰਡ ਲੈਣ ਵਾਸਤੇ ਬਾਹਰ ਭੀੜ ਇਕੱਠੀ ਹੋਈ ਹੋਵੇ। ਕਿਉਂ? ਕਿਉਂਕਿ ਉਸ ਅਸਥਾਨ ਦੇ ਵਿੱਚ ਬਹੁਤ ਕੀਮਤੀ ਸਮਾਨ ਪਿਆ ਹੈ ਜੋ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ। ਤਾਂ ਗੁਰੂ ਮਹਾਰਾਜ ਨੇ ਸਾਨੂੰ ਉਸ ਦੇ ਨਾਲ ਤਸ਼ਰੀਫ ਕਰਕੇ ਸਾਨੂੰ ਇੱਕ ਬੜੀ ਵੱਡੀ ਅੱਜ ਸੇਧ ਦਿੱਤੀ ਹੈ ਜੀਵਨ ਜਾਂਚ ਦੀ। ਹੇ ਭਲਿਆ ਮਨੁੱਖ, ਤੂੰ ਜੇ ਆਪਣੇ ਸਰੀਰ ਨੂੰ ਅਗਰ ਸੁਨਿਆਰੇ ਦੀ ਦੁਕਾਨ ਬਣਾ ਦੇਗਾ ਮੇਰੇ ਕਹੇ ਅਨੁਸਾਰ, ਤੇ ਤੇਰਾ ਜੀਵਨ ਇਸ ਤਰ੍ਹਾਂ ਬਣ ਜਾਏਗਾ। ਕਿਸ ਤਰ੍ਹਾਂ? ਆਓ ਹੁਣ ਮਹਾਰਾਜ ਅੱਜ ਇਹ ਬਖਸ਼ਿਸ਼ ਕਰਕੇ, ਮੈਂ ਥੋੜ੍ਹੀ ਜਿਹੀ ਭੂਮਿਕਾ ਬਣਾ ਕੇ ਤਾਂ ਗੱਲ ਕੀਤੀ ਹੈ ਕਿ ਹੁਣ ਸਾਨੂੰ ਇਹ ਸਾਰੀਆਂ ਪੰਗਤੀਆਂ ਪਾਠ ਤੁਸੀਂ ਅੱਜ ਵੀ ਕੀਤਾ ਹੈ, ਕੱਲ੍ਹ ਵੀ ਕਰ ਰਹੇ ਸਨ, ਸਦੀਆਂ ਤੋਂ ਕਰਦੇ ਆ ਰਹੇ ਹੋ, ਪਰ ਜਦੋਂ ਇਹਦੇ ਅੱਖਰੀ ਅਰਥ ਤੇ ਭਾਵ ਅਰਥ ਸਮਝ ਆ ਜਾਣ ਤੇ ਉਹ ਬਾਣੀ ਪੜ੍ਹਨ ਦਾ ਫਿਰ ਨਵੇਕਲਾ ਹੀ ਸਵਾਦ ਹੁੰਦਾ ਹੈ। ਤੋ ਗੁਰੂ ਮਹਾਰਾਜ ਅੱਜ ਕੀ ਕਹਿ ਰਹੇ ਨੇ? ਜਤ ਪਹਾਰਾ ਧੀਰਜ ਸੁਨਿਆਰ। ਇੱਥੇ ਪਹਾਰਾ ਨਹੀਂ ਪੜ੍ਹਨਾ, ਪਹਾਰਾ। ਜਤ ਪਹਾਰਾ ਧੀਰਜ ਸੁਨਿਆਰ, ਇਸ ਤਰ੍ਹਾਂ ਰੋਕ ਕੇ ਪੜ੍ਹਨਾ। ਜਤ ਪਹਾਰਾ ਧੀਰਜ ਸੁਨਿਆਰ। ਪਹਾਰਾ ਹੁੰਦਾ ਦੁਕਾਨ, ਸੁਨਿਆਰੇ ਦੀ ਦੁਕਾਨ, ਕਿਉਂਕਿ ਅੱਗੇ ਸੁਨਿਆਰ ਅੱਖਰ ਆਇਆ ਨਾ, ਤਾਂ ਗੁਰੂ ਸਾਹਿਬ ਉਹਦੀ ਦੁਕਾਨ ਬਾਰੇ ਜ਼ਿਕਰ ਕਰ ਰਹੇ ਨੇ। ਤਾਂ ਮਹਾਰਾਜ ਕਹਿੰਦੇ ਨੇ ਜਤ, ਹੇ ਸਿੱਖਾ ਤੂੰ ਵੀ ਦੁਕਾਨ ਪਤਾ ਕਿ ਵਜੀ ਬਣਾ, ਜਤ ਦੀ ਦੁਕਾਨ ਬਣਾ। ਜਿਸ ਤਰ੍ਹਾਂ ਸੁਨਿਆਰੇ ਦੀ ਦੁਕਾਨ ਹੁੰਦੀ ਹੈ ਨਾ, ਤੂੰ ਵੀ ਇਸ ਸਰੀਰ ਨੂੰ ਜਤ ਦੀ ਦੁਕਾਨ ਬਣਾ ਲੈ। ਜਤ ਤੋਂ ਭਾਵ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ ਲੈ। ਫਿਰ ਸਮਝੋ, ਇਹ ਨਹੀਂ ਕਿ ਮਹਾਰਾਜ ਸਾਨੂੰ ਕੋਈ ਕਾਰਜ ਗੁਰਮਤਿ ਤੋਂ ਉਲਟ ਦੱਸ ਕੇ ਗੱਲ ਕਰ ਰਹੇ ਨੇ, ਨਹੀਂ, ਐਸੀ ਗੱਲ ਨਹੀਂ ਹੈ।
ਮਹਾਰਾਜ ਕਹਿੰਦੇ ਨੇ ਤੂੰ ਜੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ, ਸਮਝ ਲੈ ਤੇਰੀ ਦੁਕਾਨ ਸੁਨਿਆਰੇ ਵਰਗੀ ਬਣ ਗਈ ਹੈ। ਇੰਦਰੀਆਂ ਕੀ ਨੇ? ਸਾਡੇ ਸਰੀਰ ਵਿੱਚ 10 ਇੰਦਰੀਆਂ ਨੇ। 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। ਗਿਆਨ ਇੰਦਰੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵੇਖ ਕੇ, ਸੁਣ ਕੇ, ਪੜ੍ਹ ਕੇ ਜਿੱਥੋਂ ਗਿਆਨ ਮਿਲਦਾ ਹੈ। ਕਰਮ ਇੰਦਰੀਆਂ ਹੁੰਦੀਆਂ ਨੇ ਜਿਹਦੇ ਨਾਲ ਅਸੀਂ ਉਹ ਕਾਰਜ ਕਰਨੇ ਆ, ਉਹ ਸਾਡੇ ਕਰਮ ਬਣਦੇ ਨੇ। ਉਦਾਹਰਨ ਦੇ ਤੌਰ ਤੇ ਕਿਸੇ ਦੇ ਘਰ ਜਾ ਕੇ ਅਸੀਂ ਚੋਰੀ ਕੀਤੀ, ਸਾਡੀ ਅੱਖਾਂ ਨੇ ਵੇਖਿਆ, ਇਹ ਗਿਆਨ ਆਇਆ ਸਾਨੂੰ ਕਿ ਇਹ ਚੀਜ਼ ਕੀਮਤੀ ਹੈ, ਪਰ ਸਾਡੇ ਹੱਥਾਂ ਨੇ ਉਸ ਨੂੰ ਚੱਕ ਲਿਆ, ਉਹ ਸਾਡਾ ਹੱਥ ਕਰਮ ਨੇ। ਤੇ ਮਹਾਰਾਜ ਕਹਿੰਦੇ ਨੇ ਫਿਰ ਉਹ ਤੇਰਾ ਕਰਮ ਬਣ ਗਿਆ, ਤੇਰੀ ਮੌਤ ਹੋ ਗਈ, ਸਮਾਨ ਉੱਥੇ ਪਿਆ ਰਹਿ ਗਿਆ, ਕਰਮ ਤੇਰਾ ਅੱਗੇ ਚਲਾ ਗਿਆ। ਹੁਣ ਜਿਹੜੇ ਚੋਰ ਚੋਰੀਆਂ ਕਰਦੇ ਨੇ, ਬਿਲਡਿੰਗਾਂ ਬਣਾ ਲੀਆਂ, ਬੜਾ ਕੁਝ ਕਰ ਲਿਆ, ਜਦੋਂ ਜਾਂਦੇ ਨੇ ਸਭ ਚੀਜ਼ਾਂ ਇੱਥੇ ਹੀ ਰਹਿ ਜਾਂਦੀਆਂ ਨੇ, ਪਰ ਕੀਤੇ ਹੋਏ ਕਰਮ ਜਿਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਅੰਤ ਨਿਬੇਰਾ ਤੇਰੇ ਜੀ ਪਹਿਲੀ 'ਚ। ਦੇਖੋ ਕਿੰਨੀ ਸੋਹਣੀ ਗੱਲ। ਉਹ ਜਿਹੜੇ ਕੀਤੇ ਕਰਮ ਨੇ ਉਹ ਨਾਲ ਜਾਣਗੇ। ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ, ਬੇਈਮਾਨੀਆਂ ਕੀਤੀਆਂ ਨੇ, ਭਰਾਵਾਂ ਦੇ ਭੈਣਾਂ ਦੇ ਹੱਕ ਖਾ ਕੇ ਆਪਣੀਆਂ ਇਮਾਰਤਾਂ ਬਣਾਈਆਂ ਹੋਈਆਂ ਨੇ, ਉਹ ਤੇ ਮੈਨੂੰ ਖਿਮਾ ਕਰ ਦੇਣਾ, ਮੇਰੇ ਸਮੇਤ ਉਹ ਇੱਥੇ ਰਹਿ ਜਾਣੀਆਂ ਨੇ, ਪਰ ਕੀਤੇ ਹੋਏ ਕਰਮ ਅਗਾਹਾਂ ਚਲੇ ਜਾਣੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ 5 ਤੇਰੇ ਅੰਦਰ ਗਿਆਨ ਇੰਦਰੀਆਂ ਨੇ। ਗਿਆਨ ਇੰਦਰੀਆਂ ਕੀ ਨੇ? ਸ਼ਬਦ ਏ, ਸਪਰਸ਼ ਏ, ਰੂਪ ਏ, ਰਸ ਏ ਤੇ ਗੰਧ। ਇਹ 5 ਸ਼ਬਦ ਕੌਣ ਸੁਣਦਾ ਹੈ? ਤੁਹਾਨੂੰ ਮੈਂ ਹੁਣ ਬੋਲ ਰਿਹਾ, ਤੁਸੀਂ ਕੌਣ ਸੁਣ ਰਿਹਾ? ਤੁਹਾਡੇ ਕੰਨ। ਇਹ ਗਿਆਨ ਇੰਦਰੀ ਹੈ। ਤੇ ਸਪਰਸ਼, ਕੋਈ ਚੀਜ਼ ਨੂੰ ਹੱਥ ਲਾਉਂਦੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਚਮੜੀ ਹੁੰਦੀ ਹੈ ਨਾ, ਉਹ ਮਹਿਸੂਸ ਕਰਦੀ ਹੈ। ਤੇ ਰੂਪ ਕੌਣ ਵੇਖਦਾ ਹੈ? ਬਾਹਰਲਾ ਰੂਪ ਕੌਣ ਦੇਖਦਾ ਹੈ? ਸਾਡੀਆਂ ਅੱਖਾਂ। ਅੱਖਾਂ ਵੀ ਗਿਆਨ ਦਿੰਦੀਆਂ ਨੇ ਮਾੜਾ ਚੰਗਾ ਵੇਖਣ ਵਾਸਤੇ। ਰਸ, ਦੁਨੀਆ ਦੇ ਰਸ ਕੌਣ ਲੈਂਦਾ ਸਭ ਤੋਂ ਜ਼ਿਆਦਾ? ਜੀਭਾ, ਸਵਾਦ। ਤੇ 5ਵਾਂ ਗੰਧ, ਸਮੈਲ, ਕੌਣ ਦੱਸਦਾ ਹੈ ਸਾਨੂੰ? ਨੱਕ। ਤੇ 5 ਗਿਆਨ ਇੰਦਰੀਆਂ ਹੋ ਗਈਆਂ, ਅੱਖਾਂ, ਕੰਨ, ਨੱਕ, ਮੂੰਹ ਤੇ ਤਵਚਾ, ਚਮੜੀ, ਸਕਿਨ ਕਹਿ ਲਓ। ਇਹ 5 ਸਾਡੀਆਂ, ਆਪ ਨੋਟ ਕਰਨਾ, ਇਹ 5 ਸਾਡੀਆਂ ਗਿਆਨ ਇੰਦਰੀਆਂ ਨੇ ਜੋ ਸਾਨੂੰ ਠੰਡੇ ਗਰਮ ਦੀਆਂ, ਮਾੜੇ ਚੰਗੇ ਦੀਆਂ, ਕੋਈ ਚੀਜ਼ ਖਾਣੀ ਹੈ, ਕੋੜੀ ਹੈ, ਮਿੱਠੀ ਹੈ, ਬਕਬਕੀ ਹੈ, ਇਹ ਸਾਨੂੰ ਰਸਨਾ ਦੱਸਦੀ ਹੈ। ਕੰਨਾਂ ਤੋਂ ਮਾੜੇ ਚੰਗੇ ਬੋਲ ਕੌਣ ਸੁਣਦਾ? ਇਹ ਕੰਨ ਸੁਣਦੇ ਨੇ, ਇਹ ਗਿਆਨ ਦਿੰਦੇ ਨੇ। ਤੇ ਕਰਮ ਕੌਣ ਕਰਦਾ ਹੈ? ਉਹਦੇ ਵਿੱਚ ਹੱਥ ਆ ਗਏ, ਪੈਰ ਆ ਗਏ, ਹੱਥਾਂ ਨਾਲ ਅਸੀਂ ਉਹ ਕਰਮ ਕਰਨੇ ਆ। ਜਦੋਂ ਸਾਡੇ ਅੱਖਾਂ ਨੇ ਵੇਖਿਆ, ਕੰਨਾਂ ਨੇ ਸੁਣਿਆ, ਹਰਕਤ ਵਿੱਚ ਕੌਣ ਆਏ? ਹੱਥ ਆਏ। ਤੇ ਉਸ ਜਗ੍ਹਾ ਤੇ ਗਏ ਕੌਣ? ਸਾਡੇ ਪੈਰ। ਇਹ ਕਰਮ ਬਣ ਰਹੇ ਨੇ। ਇੱਕ ਹੱਥ ਪਹਿਲਾਂ ਤੇ ਪੈਰਾਂ ਨਾਲ ਚੱਲ ਕੇ ਉੱਥੇ ਗਿਆ, ਹੱਥਾਂ ਨਾਲ ਉਹ ਕਰਮ ਕਮਾਏ, ਕਿੰਨੇ ਕੀਤੇ, ਫਿਰ ਅੱਗੋਂ ਉਸ ਨੂੰ ਲਿੰਗ ਤੇ ਗੁੱਦਾ। ਤੇ ਇਹ ਹੋ ਗਏ ਸਾਡੇ 4 ਕਰਮ ਇੰਦਰੀਆਂ। ਤੇ 5ਵੀਂ ਹੋ ਗਈ ਸਾਡੀ ਜ਼ਬਾਨ, ਜਿਹੜੀ ਬੋਲਦੀ ਏ, ਬੋਲ ਤੇ ਕਬੋਲ। ਜਦੋਂ ਮਾੜਾ ਬੋਲਨੇ ਆ ਨਾ, ਉਹ ਵੀ ਕਰਮ ਬਣਦਾ ਸਾਡਾ। ਤਾਂ 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਇਹ 10 ਇੰਦਰੀਆਂ ਸਾਡੇ ਸਰੀਰਾਂ ਦੇ ਵਿੱਚ ਪਰਮਾਤਮਾ ਨੇ ਪਾਈਆਂ ਨੇ, ਪਰ ਕਈਆਂ ਦੇ ਅੱਖ ਨਹੀਂ ਹੁੰਦੀ, ਨੱਕ ਨਹੀਂ ਹੁੰਦੀ। ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਜ਼ਿਆਦਾਤਰ ਗਿਣਤੀ ਦੇਖੀਏ ਤਾਂ 10 ਇੰਦਰੀਆਂ ਹੁੰਦੀਆਂ ਹਨ। 5 ਗਿਆਨ, ਜਿਹਦੇ ਤੋਂ ਗਿਆਨ ਆਉਂਦਾ, ਜਿਹਦੇ ਤੋਂ ਕਰਾਂ। ਮਹਾਰਾਜ ਕਹਿੰਦੇ ਨੇ ਜੇ ਤੂੰ ਇਹਨਾਂ ਨੂੰ, ਇੰਦਰੀਆਂ ਨੂੰ ਵਸ ਕਰ ਲੇਗਾ, ਇਹ ਦੁਕਾਨ ਬਣਾ। ਦੁਕਾਨ ਕਿਹੜੀ ਬਣਾਉਣੀ ਹੈ? ਜਿਸ ਤਰ੍ਹਾਂ ਸੁਨਿਆਰੇ ਨੇ ਦੁਕਾਨ ਬਣਾਈ ਹੈ ਨਾ, ਕੀਮਤੀ, ਭਾਵੇਂ ਦੇਖਣ ਹੀ ਕੁਛ ਨਹੀਂ ਲੱਗਦਾ, ਪਰ ਕਈ ਸੁਨਿਆਰਿਆਂ ਤੋਂ ਜਾਓ ਬਿਲਕੁਲ ਐਵੇਂ ਲੱਗਦਾ ਕੁਛ ਨਹੀਂ, ਪਰ ਅੰਦਰ ਕਰੋੜਾਂ ਦਾ ਸਮਾਨ ਪਿਆ ਹੁੰਦਾ ਨਾ। ਤੁਸੀਂ ਜਿਹੜਾ ਸੈੱਟ ਕਹੋਗੇ ਤੁਹਾਨੂੰ ਮਿਲ ਜਾਏਗਾ, ਜਿਹੜਾ ਕੜਾ ਕਹੋਗੇ, ਜਿਹੜੀ
ਰਿੰਕ ਹੋ ਗਏ, ਹਰ ਤਰ੍ਹਾਂ ਦਾ ਸਮਾਨ ਹੈ ਉਹਦੇ ਕੋਲ। ਮਹਾਰਾਜ ਕਹਿੰਦੇ ਨੇ ਤੂੰ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰ, ਇਹ ਵਾਲੀ ਸੁਨਿਆਰੇ ਦੀ ਤੂੰ ਦੁਕਾਨ ਬਣਾ। ਤੇ ਕੀ ਹੋਏਗਾ? ਕਿਉਂਕਿ ਇਹਨਾਂ ਨੂੰ ਅਸੀਂ ਕਾਬੂ ਕਰਨਾ ਹੈ। ਪਰ ਮੈਨੂੰ ਖਿਮਾ ਕਰ ਦੇਣਾ, ਅਸੀਂ ਇਹਨਾਂ ਨੂੰ ਕੀ ਕਾਬੂ ਕਰਨਾ ਹੈ? ਇਹਨਾਂ 5 ਇੰਦਰੀਆਂ, ਗਿਆਨ ਇੰਦਰੀਆਂ ਨੇ ਸਾਨੂੰ ਕਾਬੂ ਕੀਤਾ ਹੋਇਆ ਹੈ, ਜਿਹਦੇ ਵੱਸ ਹੋ ਕੇ ਅਸੀਂ ਦੁਨੀਆ ਦੇ ਮਾੜੇ ਕੰਮ ਕਰਦੇ ਹਾਂ। ਸਭ ਮਨ ਵੱਸ ਹੋ ਕੇ, ਕੋਈ ਵਿਰਲਾ ਹੀ ਹੈ ਜਿਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ। ਆਤਮ ਜਿਣੇ ਸਗਲ ਵਸ ਤਾਂ ਕੇ ਜਾ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੇਂ ਸੋ ਕਈਅਤ ਹੈ ਸੂਰਾ। ਉਹ ਸੂਰਾ ਹੈ ਜਿਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕੀਤਾ ਹੋਇਆ ਹੈ, ਜਿਹਨੂੰ ਭਾਈ ਬਾਬਾ ਬੁੱਢਾ ਜੀ ਵੀ, ਜਿਨ੍ਹਾਂ ਨੂੰ ਇੰਦਰੀ ਜਿੱਤ ਵੀ ਕਹਿੰਦੇ ਨੇ, ਜਿਨ੍ਹਾਂ ਨੂੰ ਜਤੀ ਵੀ ਕਹਿੰਦੇ ਨੇ, ਬਾਬਾ ਦੀਪ ਸਿੰਘ ਜੀ ਵਰਗੇ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਉਹਨਾਂ ਨੂੰ ਕਾਬੂ ਕਰਨ ਵਾਸਤੇ ਇਹ ਤੂੰ ਦੁਕਾਨ ਬਣਾ ਸੁਨਿਆਰੇ ਦੀ, ਐਸੀ ਦੁਕਾਨ ਬਣਾ। ਅੱਗੋਂ ਕਹਿ ਰਹੇ ਨੇ ਧੀਰਜ ਸੁਨਿਆਰ, ਸੁਨਿਆਰਾ ਹੋ ਗਿਆ, ਜਵੈਲਰ ਹੋ ਗਿਆ, ਉਹਦੇ ਧੀਰਜ ਬੜਾ ਹੁੰਦਾ ਹੈ। ਧੀਰਜ ਮਤਲਬ ਸਹਿਜ, ਬਹੁਤ ਹੀ। ਤੁਸੀਂ ਦੇਖੋ ਸੋਨਾ ਘਟ ਰਿਹਾ ਹੁੰਦਾ ਨਾ ਜਦੋਂ, ਤੇ ਔਜ਼ਾਰ ਲੈ ਕੇ ਨਾ ਮੈਂ ਦੇਖਣਾ ਬੜੀ ਬਰੀਕੀ ਦੇ ਨਾਲ, ਬੜੇ ਧੀਰਜ ਦੇ ਨਾਲ ਸੋਨੇ ਨੂੰ ਠੋਕਾ ਠਾਕੀ ਕਰ ਰਿਹਾ ਹੁੰਦਾ। ਧੀਰਜ ਦੇ ਅੰਦਰ ਚਸ਼ਮਾ ਵੀ ਪਾਇਆ ਹੁੰਦਾ, ਥੱਲੇ ਕਰ ਲੈਂਦਾ ਹੈ, ਅੱਖਾਂ ਨਾਲ ਗਾਹਕ ਨਾਲ ਗੱਲ ਵੀ ਕਰਦਾ ਹੁੰਦਾ, ਪਰ ਉਹਦਾ ਧਿਆਨ ਨੇ ਨਾ ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ ਬਾਬਾ ਨਾਮਦੇਵ ਜੀ, ਉਹਦਾ ਚਿੱਤ ਕਨਕ ਸੋਨੇ ਦੇ ਵਿੱਚ। ਤੁਸੀਂ ਦੇਖੋ ਕਿੰਨੀ ਗਹਿਰਾਈ ਦੇ ਨਾਲ ਛੋਟਾ ਜਿਹਾ ਸਾਡੇ ਇਸ ਸੋਨੇ ਦੇ ਅੰਦਰ ਕਈ ਫੁੱਲ ਬਣਾ ਦਿੰਦਾ ਹੈ, ਨਾਮ ਲਿਖ ਦਿੰਦਾ ਹੈ। ਉਹ ਬੜਾ ਉਹਦੇ ਅੰਦਰ ਧੀਰਜ ਹੈ। ਇਹ ਅਕਸਰ ਕਈ ਵਾਰੀ ਅਸੀਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ 100 ਸੁਨਾਰ ਦੀ ਇੱਕ ਲੁਹਾਰ ਦੀ, ਕਹਿੰਦੇ ਨੇ ਨਾ, ਕਿਉਂਕਿ ਸੁਨਾਰ ਠੱਕ 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 ਕਰਦਾ ਹੁੰਦਾ ਹੈ, ਬਿਲਕੁਲ ਛੋਟੀਆਂ ਛੋਟੀਆਂ ਚੋਟਾਂ, ਕਿਉਂਕਿ ਉਹਨੂੰ ਪਤਾ ਇੱਕ ਚੋਟ ਮਾਰੀ ਤੇ ਬਿਲਕੁਲ ਸੋਨਾ ਖਤਮ ਹੋ ਜਾਣਾ ਹੈ। ਉਹਨੂੰ ਖੂਬਸੂਰਤ ਬਣਾਉਣ ਵਾਸਤੇ ਉਹਦੇ ਅੰਦਰ ਧੀਰਜ ਹੋਣਾ ਜ਼ਰੂਰੀ ਹੈ। ਦੇਖੋ ਅੱਜ ਸਾਡੇ ਸਭ ਦੇ ਵਿੱਚੋਂ ਇਹ ਸੁਨਿਆਰ ਵਾਲੀ, ਧੀਰਜ ਵਾਲੀ ਬਿਰਤੀ ਮਹਾਰਾਜ, ਦੇਖੋ ਮਹਾਰਾਜ ਨੇ ਸੁਨਿਆਰੇ ਨੂੰ ਚੁਣ ਕੇ ਸਾਨੂੰ ਸਮਝਾ ਰਹੇ ਨੇ। ਸੁਨਿਆਰੇ ਨੂੰ ਤਾਂ ਪਤਾ ਵੀ ਨਹੀਂ ਹੋਣਾ ਗੁਰੂ ਸਾਹਿਬ ਮੇਰੀ ਗੱਲ ਕਰ ਰਹੇ ਨੇ, ਪਰ ਜਿਹੜਾ ਸਾਡੇ ਵਿੱਚ ਕੋਈ ਜਵੈਲਰ ਬੈਠਾ ਹੈ ਉਹਦੇ ਵਾਸਤੇ ਚੰਗੀ ਗੱਲ ਹੈ ਕਿ ਉਹ ਆ ਕੇ ਸੁਣ ਰਹੇ ਨੇ। ਕਿਉਂਕਿ ਕਦੀ ਵੀ ਕੋਈ ਦੁਕਾਨ, ਇਹ ਦੇਖੋ ਹੁਣ ਗੱਲ ਵਿੱਚੋਂ ਨਿਕਲੀ ਹੈ, ਮੈਂ ਜਿਹੜੇ ਵੀ ਦੁਕਾਨਦਾਰ ਬੈਠੇ ਨਾ ਉਹ ਵੀ ਅੱਜ ਇਸ ਗੱਲ ਨੂੰ ਸੁਣ ਲੈ, ਕਿਉਂਕਿ ਮਹਾਰਾਜ ਨੇ ਅੱਜ ਦੁਕਾਨਦਾਰ ਦੀ ਗੱਲ ਕੀਤੀ ਹੈ, ਕਿੱਥੇ ਕਿਸਾਨ ਦੀ ਵੀ ਗੱਲ ਕੀਤੀ ਹੈ, ਮਨਹਾਲੀ ਕਿਰਸਾਨੀ ਕਰਨੀ। ਦੇਖੋ ਕਿੱਥੇ ਹਰ ਬੰਦੇ ਦੀ ਗੱਲ ਕੀਤੀ ਹੈ ਮਹਾਰਾਜ ਨੇ, ਬਿਜ਼ਨਸਮੈਨ ਦੀ ਵੀ ਗੱਲ ਕੀਤੀ ਹੈ, ਤੇ ਇੱਥੇ ਅੱਜ ਦੁਕਾਨਦਾਰ ਦੀ ਗੱਲ ਕਰ ਰਹੇ ਨੇ। ਦੇਖੋ 3 ਚੀਜ਼ਾਂ ਦੁਕਾਨ ਵਾਲੇ ਕੋਲ ਹੋਣੀਆਂ ਜ਼ਰੂਰੀ ਨੇ। ਜੇ ਅਗਰ 3 ਚੀਜ਼ਾਂ ਉਸ ਦੁਕਾਨ ਵਾਲੇ ਕੋਲ ਨੇ, ਉਹ ਸਦਾ ਤਰੱਕੀ ਤੇ ਹੋਏਗਾ। ਮਹਾਰਾਜ ਕਹਿੰਦੇ ਧੀਰਜ ਸੁਨਿਆਰ, ਸਭ ਤੋਂ ਪਹਿਲਾਂ ਦੁਕਾਨਦਾਰ ਕੋਲ ਉਹਦੀ ਜ਼ੁਬਾਨ ਮਿੱਠੀ ਹੋਣੀ ਚਾਹੀਦੀ। ਗਾਹਕ ਕੋਈ ਵੀ ਆਵੇ, ਭਾਵੇਂ ਉਹਨੂੰ ਬੁਰਾ ਭਲਾ ਕਹੇ, ਪਰ ਉਸ ਨੇ ਦੁਕਾਨਦਾਰ ਸੱਚਾ ਵਧੀਆ ਦੁਕਾਨਦਾਰ ਉਹੀ ਹੁੰਦਾ ਜਿਹੜਾ ਕਾਹਲਾ ਨਹੀਂ ਪੈਂਦਾ, ਧੀਰਜ ਵਿੱਚ ਰਹਿੰਦਾ ਹੈ, ਤੇ ਉਹਦੀ ਜ਼ੁਬਾਨ ਦੇ ਉੱਤੇ ਕਦੀ ਵੀ ਕੋਈ ਕੜਵੇ ਅੱਖਰ ਨਹੀਂ ਆਉਂਦੇ। ਉਹ ਦੁਕਾਨਦਾਰ ਦੀ ਇੱਕ ਨਿਸ਼ਾਨੀ ਹੈ। ਤੇ ਦੂਜਾ, ਦੁਕਾਨਦਾਰ ਉਹੀ ਕਾਮਯਾਬ ਹੁੰਦਾ ਹੈ ਜਿਹੜਾ ਪੂਰਾ ਸਮਾਂ ਦੁਕਾਨ ਤੇ ਦਿੰਦਾ ਹੈ। ਜਿਵੇਂ ਦੁਕਾਨ ਖੁੱਲ੍ਹਦੀ ਹੈ ਸ਼ਾਮ ਤੱਕ ਬੈਠਦਾ ਹੈ। ਕਹਿੰਦੇ ਨਾ ਘੱਲ ਨਾ ਕਰੋ ਤੇ ਰੱਬ ਵੀ ਝੁਕ ਜਾਂਦਾ ਹੈ। ਤੁਸੀਂ ਰੋਜ਼ ਉੱਠੋ, ਇੱਕ ਦਿਨ ਤੁਹਾਨੂੰ ਕਹਿਣਾ ਨਹੀਂ ਪੈਣਾ, ਗੁਰੂ ਸਾਹਿਬ ਟੁੱਟ ਕੇ ਤੁਹਾਨੂੰ ਕਹਿਣਗੇ ਬੱਚਿਆ ਕੀ ਚਾਹੀਦਾ ਹੈ। ਕਿਉਂਕਿ ਘਾਲਣਾ ਪਰਮਾਤਮਾ ਤੋਂ ਵੀ ਉੱਤੇ ਹੋ ਜਾਂਦੀ ਹੈ ਕਈ ਵਾਰੀ, ਕਿਉਂਕਿ ਜਿਸ ਦੇ ਅੰਦਰ ਪਿਆਰ ਬਣ ਕੇ ਘਾਲਣਾ ਬਣ ਜਾਂਦੀ ਹੈ। ਤਾਂ ਦੁਕਾਨਦਾਰੀ 'ਚ ਦੂਜੀ ਇੱਕ ਕੁਆਲਿਟੀ ਹੋਣੀ ਚਾਹੀਦੀ ਹੈ, ਸਮਾਂ ਦੇਣਾ ਚਾਹੀਦਾ ਹੈ। ਤੇ ਤੀਜੀ ਹੈ ਉਹਦੀ ਆਪਣੀ ਰਾਸ, ਕੈਪੀਟਲ, ਪੂੰਜੀ, ਉਹ ਜ਼ਰੂਰੀ ਹੈ।
ਦੁਕਾਨਦਾਰ ਨੂੰ ਕਾਮਯਾਬ ਹੋਣ ਵਾਸਤੇ 3 ਚੀਜ਼ਾਂ ਦੀ ਅਤ ਲੋੜ ਹੈ, ਤੇ ਤਾਂ ਹੀ ਉਹ ਧੀਰਜ ਸੁਨਿਆਰ, ਉਹਦੇ ਵਾਸਤੇ ਅੰਦਰ ਧੀਰਜ ਆਏਗਾ, ਕਾਲਾ ਨਹੀਂ ਪਏਗਾ, ਅੰਦਰ ਸਹਿਜ ਹੋਏਗਾ। ਅੱਜ ਸਾਡੇ ਅੰਦਰ ਕਾਲਾਪਨ ਹੈ, ਮੇਰੇ ਸਮੇਤ ਸਾਰੇ ਹੀ ਹਾਈਪਰ ਹੋ ਜਾਂਦੇ ਆ। ਅੱਜ ਬੱਚੀਆਂ ਪੜ੍ਹਾ ਅਸੀਂ ਜ਼ਰੂਰ ਲੈਂਦੇ ਹਾਂ, ਬੱਚਿਆਂ ਨੂੰ ਪੜ੍ਹਾ ਜ਼ਰੂਰ ਲੈਂਦੇ ਹਾਂ, ਪਰ 3 4 6 ਮਹੀਨੇ ਬਾਅਦ ਬੱਚੀਆਂ ਘਰ ਆ ਜਾਂਦੀਆਂ ਨੇ। ਧੀਰਜ ਨਹੀਂ ਹੈ, ਗੱਲ ਕਿਸੇ ਦੀ ਸੁਣਨ ਦੀ ਬਰਦਾਸ਼ਤ ਸ਼ਕਤੀ ਨਹੀਂ ਹੈ। ਉਹਨੇ ਕਿਹਾ ਜੀ ਮੇਰੀ ਸੱਸ ਨੇ ਐਵੇਂ ਕਿਹਾ, ਮੈਂ ਇੰਨੀ ਪੜ੍ਹੀ ਲਿਖੀ, ਮੈਂ ਇੰਨਾ ਪੜ੍ਹਿਆ ਲਿਖਿਆ, ਮੇਰੇ ਅੱਗੇ ਐਵੇਂ ਬੋਲਦੀ। ਅੱਜ ਮੀਆਂ ਬੀਬੀ ਦੇ ਟਕਰਾਵ ਇਸ ਕਾਰਨ ਹੀ ਨੇ ਕਿ ਕੋਈ ਵੀ ਆਪਣੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ। ਈਗੋ ਇਤਨੀ ਪ੍ਰਬਲ ਹੋ ਚੁੱਕੀ ਹੈ, ਜਿਹਦੇ ਕਰਕੇ ਅੰਦਰੋਂ ਧੀਰਜ ਮੁੱਕ ਗਿਆ ਹੈ। ਮਹਾਰਾਜ ਕਹਿੰਦੇ ਨੇ ਤੂੰ ਆਪਣੇ ਅੰਦਰ ਧੀਰਜ ਲਿਆ। ਧੰਨ ਧੰਨ ਬਾਬਾ ਅਮਰਦਾਸ ਜੀ, ਜੋ ਆਪਣੀ ਬੱਚੀ ਨੂੰ ਸ਼ਾਦੀ ਦੇ ਵੇਲੇ ਜਿਹੜੇ 3 ਕੀਮਤੀ ਫੁੱਲ ਭੇਟਾ ਕੀਤੇ, ਉਹ ਇਹੀ ਸਨ, ਭਲਾ ਜੀ, ਭਾਣਾ ਜੀ ਤੇ ਭੁੱਲੀ ਜੀ। ਬੱਚੀਏ ਕੁਛ ਗਲਤੀ ਹੋ ਜਾਏ ਤੇ ਇੱਕਦਮ ਕਹੀਂ ਪਿਤਾ ਜੀ, ਮਾਤਾ ਜੀ, ਪਤੀ ਦੇਵ ਭੁੱਲ ਗਈ ਸੀ ਮੈਂ। ਤੇ ਜੇ ਕੁਝ ਘਰ ਵਿੱਚ ਕੁਛ ਮੌਤ ਹੋ ਜਾਏ ਤੇ ਉਸ ਜਾਂ ਕੋਈ ਖੁਸ਼ੀ ਆਏ, ਉਹਦਾ ਭਾਣਾ ਸਮਝ ਕੇ ਸਵੀਕਾਰ ਕਰ ਲਈ। ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਨੇ ਆਪਣੀ ਬੱਚੀ ਨੂੰ ਤੋੜਨ ਵਕਤ ਇਹ ਚੀਜ਼ਾਂ ਮਹਾਰਾਜ ਨੇ ਦਿੱਤੀਆਂ। ਉਹ ਧੀਰਜ ਸਾਡੇ ਵਿੱਚੋਂ ਨਿਕਲ ਚੁੱਕਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਣੀਆਂ ਜਤੀ, ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ। ਉਸ ਤੋਂ ਬਾਅਦ ਸੁਨਿਆਰੇ ਵਰਗੀ ਧੀਰਜਤਾ ਲਿਆ। ਕਿਸ ਤਰ੍ਹਾਂ ਉਬੜੇ ਪਿਆ, ਕਾਲਾ ਨਹੀਂ ਪੈਂਦਾ। ਉਹ ਇੱਕ ਛੋਟੇ ਜਿਹੇ ਪੀਸ ਨੂੰ, ਹੁਣ ਤੁਹਾਨੂੰ ਕੋਈ ਕਿ 20 ਗ੍ਰਾਮ ਦੀ ਟਿੱਕੀ ਹੈ ਸੋਨੇ ਦੀ, ਤੁਸੀਂ ਆਪਣੇ ਗਲ ਵਿੱਚ ਪਾ ਲਓ, ਤੁਸੀਂ ਨਹੀਂ ਪਾਓਗੇ। ਉਦੋਂ ਹੀ ਪਾਓਗੇ ਜਦੋਂ ਘਾੜਤ ਘੜ ਕੇ ਇੱਕ ਗਹਿਣੇ ਦਾ ਰੂਪ ਬਣ ਜਾਏਗੀ। ਉਹ ਗਹਿਣਾ ਕਿਵੇਂ ਬਣਿਆ? ਉਹ ਗਹਿਣਾ ਬਣਿਆ ਹੈ ਸੁਨਿਆਰੇ ਦੀ ਧੀਰਜਤਾ ਕਰਕੇ। ਸੁਨਿਆਰੇ ਨੇ ਕਾਲਾ ਨਹੀਂ ਪਿਆ ਉਹਦੇ ਵਿੱਚ। ਉਸ ਨੂੰ ਖੂਬਸੂਰਤ ਬਣਾਉਣ ਵਾਸਤੇ ਉਸਨੇ ਬੜੀ ਮਿਹਨਤ ਲਾ ਕੇ, ਉਦਮ ਕਰਕੇ ਉਸ ਗਹਿਣੇ ਨੂੰ ਉਹ ਸ਼ੇਪ ਦੇ ਦਿੱਤੀ ਜਿਹੜੀਆਂ ਮੇਰੀਆਂ ਮਾਤਾਵਾਂ ਭੈਣਾਂ ਆਪਣੇ ਗਲ, ਆਪਣੇ ਮੁਖ 'ਤੇ ਪਾ ਕੇ ਆਪਣੇ ਆਪ ਨੂੰ ਚੰਗੀਆਂ ਲੱਗਦੀਆਂ ਨੇ। ਤਾਂ ਇਹ ਕਿਹਦੇ ਕਰਕੇ? ਇਹ ਸੁਨਿਆਰੇ ਦੀ ਧੀਰਜਤਾ ਕਰਕੇ। ਤਾਂ ਗੁਰੂ ਸਾਹਿਬ ਦੇਖੋ ਕਿੰਨਾ ਵੱਡਾ ਸਾਨੂੰ ਉਦਾਹਰਨ ਦੇ ਰਹੇ ਨੇ। ਕਹਿ ਰਹੇ ਨੇ ਸਿੱਖਾ, ਤੇਰੇ ਅੰਦਰ ਵੀ ਐਸੀ ਧੀਰਜਤਾ ਆ ਜਾਵੇ ਤਾਂ ਕਿ ਤੈਨੂੰ ਵੀ ਇਹ ਗਿਆਨ ਹੋ ਜਾਏ। ਤਾਂ ਅੱਗੋਂ ਮਹਾਰਾਜ ਕਹਿੰਦੇ ਨੇ ਐਹਰਣ ਮਤ ਵੇਦ ਹਥਿਆਰ, ਹਥਿਆਰ ਨਹੀਂ ਕਹਿਣਾ, ਹਥਿਆਰ। ਐਹਰਣ ਮਤ, ਐਹਰਣ ਹੁੰਦਾ ਲੋਹਾ। ਤੁਸੀਂ ਕਦੇ ਜਾਓ ਲੋਹਾਰਾਂ ਕੋਲ, ਉਹ ਜਦੋਂ ਆਪਣਾ ਲੋਹਾ ਠੋਕਾ ਠਾਕੀ ਕਰ ਰਹੇ ਹੁੰਦੇ ਨਾ, ਥੋੜੀਆਂ ਮਾਰ, ਉਹਦੇ ਅੰਦਰ ਇੱਕ ਐਰਨ ਥੱਲੇ ਰੱਖਿਆ ਹੁੰਦਾ, ਜਿਹਨੂੰ ਅੱਡਾ ਕਹਿ ਲਓ। ਬੜਾ ਵੱਡਾ ਉਹਨੇ ਐਰਨ ਦਾ ਪੀਸ ਰੱਖਿਆ, ਉਹਦੇ ਉੱਤੇ ਲੋਹੇ ਨੂੰ ਸੱਟ ਮਾਰਦਾ, ਜਿਹੜੀ ਚੀਜ਼ ਨੂੰ ਉਹਦੀ ਘਾੜਤ ਕੱਢਦਾ ਹੈ। ਤੇ ਤੁਸੀਂ ਸੁਨਿਆਰੇ ਦੁਕਾਨ ਦਾ ਜਾਓ, ਹੈ ਉਹ ਵੀ ਐਰਨ ਹੈ, ਉਹ ਛੋਟਾ ਹੁੰਦਾ, ਉਹਨੇ ਵੀ ਛੋਟਾ ਜਿਹਾ ਐਰਨ ਰੱਖਿਆ ਹੁੰਦਾ ਜਿਹਦੇ ਉੱਤੇ ਉਹ ਸੱਟ ਮਾਰਦਾ ਹੈ। ਗੁਰੂ ਸਾਹਿਬ ਕੀ ਸਾਨੂੰ ਸਮਝਾਉਣਾ ਚਾਹ ਰਹੇ ਨੇ? ਕਹਿੰਦੇ ਨੇ ਐਹਰਨ ਮਤ, ਆਪਣੀ ਮਤ ਨੂੰ ਤੂੰ ਐਹਰਨ ਬਣਾ ਲੈ। ਵਾਹ, ਭਾਵ ਕਿ ਉਹ ਲੋਹਾ ਬਣਾ ਲੈ। ਹੁਣ ਸਾਡੀ ਮੱਤ ਹੈ ਅਸਮਾਨ 'ਤੇ ਚੜ੍ਹੀ ਹੈ। ਮਹਾਰਾਜ ਕਹਿੰਦੇ ਨੇ, ਮੈਂ ਮਹਾਰਾਜ ਕੋਲ ਪੁੱਛਿਆ, ਮਹਾਰਾਜ ਤੁਸੀਂ ਕਹਿ ਰਹੇ ਹੋ ਮੱਤ ਨੂੰ ਐਹਰਨ ਬਣਾ ਲਓ, ਲੋਹਾ ਬਣਾ ਲਓ, ਅੱਡਾ ਛੋਟਾ ਜਿਹਾ ਬਣਾ ਲਓ ਜਿਹਦੇ ਨਾਲ ਸੁਨਿਆਰੇ ਨੇ ਉਹਦੇ 'ਤੇ ਠੋਕਾ ਠਾਕੀ ਕਰਨੀ ਹੈ, ਪਰ ਮੈਂ ਮੱਤ ਨੂੰ ਜੇ ਐਹਰਨ ਬਣਾ ਲਾਂਗਾ ਤਾਂ ਹੋਏਗਾ ਕੀ? ਮਹਾਰਾਜ ਕਹਿੰਦੇ ਨੇ ਵੇਦ ਹਥਿਆਰ। ਵੇਦ ਦੱਦੇ ਦੇ ਔਂਕੜੇ, ਜੇ ਉਹ ਮੁਕਤਾ ਹੁੰਦਾ ਤੇ ਵੇਦ ਸ਼ਾਸਤਰ ਗ੍ਰੰਥ ਹੋ ਜਾਂਦਾ। ਇੱਥੇ ਦੱਦੇ ਨੂੰ ਔਂਕੜੇ ਦਾ ਮਤਲਬ ਗਿਆਨ। ਮਹਾਰਾਜ ਕਹਿੰਦੇ ਨੇ ਉਸ ਜਿਸ ਤਰ੍ਹਾਂ ਉਹ ਐਰਨ ਦੇ ਉੱਤੇ ਹਥਿਆਰ ਚਲਾਉਂਦਾ ਨਾ, ਤੂੰ ਆਪਣੀ ਮੱਤ ਐਰਨ ਨੂੰ ਬਣਾ ਲਈ ਹੈ ਨਾ, ਤੇ ਉਹਦੇ ਉੱਤੇ ਗਿਆਨ ਦਾ ਥੋੜਾ ਮਾਰ, ਰੋਜ਼ ਮਾਰ। ਕਿਉਂਕਿ ਮਨ ਐਸਾ ਚੰਚਲ ਹੈ, ਇਹ ਕਾਬੂ ਨਹੀਂ ਆਉਂਦਾ। ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ। ਮਨ ਨੂੰ ਸਮਝਾਉਣ ਵਾਲਾ ਇੱਕ ਗਿਆਨ ਦਾ ਥੋੜਾ ਹੀ ਹੈ। ਹੋਰ ਦੁਨੀਆ ਦੇ ਕੋਈ ਬੰਦਾ ਵਿਗੜਿਆ ਹੋਵੇ ਨਾ,
ਉਹਨੂੰ ਭਾਵੇਂ ਦੁਨੀਆ ਦੇ ਕਈ ਬੰਦੇ ਘਰ ਦੇ ਜਾਂ ਦੁਨੀਆ ਦੇ ਲੋਕ ਉਹਨੂੰ ਸਮਝਾਉਂਦੇ ਰਹਿਣ, ਸਮਝੇਗਾ ਨਹੀਂ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਏਗਾ, ਉਹਨੂੰ ਉਹ ਗਿਆਨ ਰੂਪੀ, ਇਹ ਵਿੱਚੋਂ ਆਵਾਜ਼ ਆ ਰਹੀ ਹੈ ਪਲੀਜ਼, ਜਿਹੜਾ ਗਿਆਨ ਜਦੋਂ ਉਹਨੂੰ ਆਏਗਾ ਸੰਗਤ ਵਿੱਚ ਆ ਕੇ, ਉਹਨੂੰ ਗਿਆਨ ਦਾ ਥੋੜਾ ਪਏਗਾ, ਉਹਦੇ ਜੀਵਨ ਦੇ ਵਿੱਚ ਬਦਲਾਵ ਆ ਜਾਏਗਾ, ਚੇਂਜਿਸ ਆ ਜਾਣਗੇ। ਵੱਡੇ ਵੱਡੇ ਸ਼ਰਾਬੀ ਮੈਂ ਦੇਖੇ ਨੇ, ਪਰ ਕਿੱਥੇ ਗੁਰੂ ਨੇ ਸੰਗਤ ਵਿੱਚ ਉਹਨਾਂ ਨੂੰ ਲੈ ਆਂਦਾ। ਉਹ ਐਸਾ ਬਚਨ ਉਹਨਾਂ ਨੇ ਸੁਣਿਆ, ਅੱਜ ਸ਼ਰਾਬਾਂ ਛੱਡ ਕੇ ਹੱਥ ਵਿੱਚ ਗੁਟਕਾ ਸਾਹਿਬ ਫੜੇ ਹੋਏ ਨੇ। ਕਿਉਂ? ਕਿਉਂਕਿ ਉਹਨਾਂ ਨੇ ਮੱਤ ਨੂੰ ਐਰਨ ਬਣਾ ਦਿੱਤਾ ਤੇ ਹਥਿਆਰ ਗਿਆਨ ਦਾ ਬਣਾ ਦਿੱਤਾ। ਹੁਣ ਗਿਆਨ ਦੇ ਉੱਤੇ ਮੱਤ ਚੱਲ, ਮੱਤ ਦੇ ਉੱਤੇ ਗਿਆਨ ਮਾਰੀ ਜਾ ਰਿਹਾ ਥੋੜੇ। ਕਬੀਰ ਸਾਹਿਬ ਕੋਲ ਇੱਕ ਬੰਦਾ ਨਹੀਂ ਆਇਆ ਸੀ, ਕਹਿੰਦਾ ਕਬੀਰ ਸਾਹਿਬ ਮੇਰਾ ਮਨ ਨਹੀਂ ਜੁੜਦਾ, ਮੈਂ ਕੀ ਕਰਾਂ, ਮੈਂ ਕੀ ਕਰਾਂ ਦੱਸੋ। ਕਬੀਰ ਸਾਹਿਬ ਨੇ ਕੋਲ ਇੱਕ ਕਿਲ ਸੀ ਵੱਡਾ ਸਾਰਾ, ਲੈ ਕੇ ਆਪਣੀ ਦੀਵਾਰ ਤੇ ਠੋਕ ਦਿੱਤਾ। ਉਹ ਬੜੀ ਦੇਰ ਚੁੱਪ ਹੋ ਕੇ ਚਲਾ ਗਿਆ। ਅਗਲੇ ਦਿਨ ਫੇਰ ਆਇਆ, ਕਬੀਰ ਸਾਹਿਬ ਮੈਂ ਤੁਹਾਨੂੰ ਕੱਲ ਕੁਐਸਚਨ ਕੀਤਾ ਸੀ, ਮੇਰਾ ਮਨ ਨਹੀਂ ਜੁੜਦਾ। ਸਾਡੇ ਅਕਸਰ ਕੁਐਸਚਨ ਹੁੰਦੇ ਨੇ ਕਿ ਮੈਂ ਪਾਠ ਕਰਨੀ ਆ, ਮਨ ਪਤਾ ਨਹੀਂ ਕਿੱਥੇ ਦੌੜ ਜਾਂਦਾ ਹੈ, ਸ਼ੁਰੂ ਕਰਨੀ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਪਰ ਮੈਨੂੰ ਪਤਾ ਹੀ ਨਹੀਂ ਲੱਗਦਾ। ਮੈਨੂੰ ਧਿਆਨ ਆਉਂਦਾ ਅੰਤ ਨ ਸਿੱਤੀ ਕਹਿਣ ਅੰਤ, ਇਤਨਾ ਪਾਠ ਦਾ ਸਫ਼ਰ ਮੈਂ ਕਰ ਲਿਆ, ਮਨ ਪਤਾ ਨਹੀਂ ਕਿੱਥੇ ਉਡਾਰੀ ਮਾਰ ਗਿਆ, ਪਤਾ ਹੀ ਨਹੀਂ ਹੁੰਦਾ। ਕਈ ਵਾਰੀ ਜਪਜੀ ਸਾਹਿਬ ਕਰ ਰਹੇ ਹੋਵੋ, ਵਿੱਚੇ ਸੋਦਰ ਦਾ ਪਾਠ ਸ਼ੁਰੂ ਹੋ ਜਾਂਦਾ, ਆਸਾ ਮਹੱਲਾ ਪਹਿਲਾ। ਕਿਉਂ? ਕਿਉਂਕਿ ਸਾਡਾ ਵਿੱਚੋਂ ਧਿਆਨ ਨਿਕਲ ਜਾਂਦਾ ਹੈ। ਕਬੀਰ ਸਾਹਿਬ ਨੂੰ ਦੂਜੇ ਦਿਨ ਆਇਆ, ਕਹਿੰਦਾ ਮਨ ਨਹੀਂ ਜੁੜਦਾ। ਕਬੀਰ ਸਾਹਿਬ ਕਹਿੰਦੇ ਨੇ ਭਲਿਆ, ਫਿਰ ਕਿਲ ਲਿਆ, ਦੁਬਾਰ ਤੇ ਦੂਜਾ ਠੋਕਿਆ, ਬੈਠਾ ਰਿਹਾ, ਫਿਰ ਚਲਾ ਗਿਆ। ਤੀਜੇ ਦਿਨ ਇਸੇ ਤਰ੍ਹਾਂ 3-4 ਦਿਨ ਉਹ ਕਿਲ ਹੀ ਠੋਕਦੇ ਰਹਿ ਗਏ। ਇੱਕ ਦਿਨ ਆਇਆ, ਕਹਿਣ ਲੱਗਾ ਕਬੀਰ ਸਾਹਿਬ ਮੈਂ ਜਦੋਂ ਕੁਐਸਚਨ ਪੁੱਛਣਾ ਮੇਰਾ ਮਨ ਨਹੀਂ ਜੁੜਦਾ, ਤੁਸੀਂ ਕਿਲ ਚੁੱਕਦੇ ਹੋ, ਦੀਵਾਰ ਤੇ ਠੋਕ ਦਿੰਦੇ ਹੋ, ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਰਹੇ। ਤੇ ਕਬੀਰ ਸਾਹਿਬ ਉਸ ਵੇਲੇ ਕਹਿੰਦੇ ਨੇ, ਉਹ ਭਲਿਆ ਮੈਂ ਕੋਈ ਆਪਣੇ ਵਾਸਤੇ ਕਿਲ ਨਹੀਂ ਠੋਕ ਰਿਹਾ, ਇਹੀ ਤੇਰਾ ਜਵਾਬ ਹੈ, ਤੂੰ ਸਮਝ ਨਹੀਂ ਪਾ ਰਿਹਾ। ਜੇ ਮਨ ਨਹੀਂ ਟਿਕਦਾ ਨਾ, ਤੇ ਸ਼ਬਦ ਦਾ ਥੋੜਾ ਲੈ ਕੇ ਉਸ ਮੱਤ ਦੇ ਉੱਤੇ ਮਾਰ। ਜਿਉਂ ਗੁਰੂ ਦਾ ਸ਼ਬਦ ਇਸ ਮਨ ਤੇ ਇਸ ਮੱਤ ਦੇ ਉੱਤੇ ਥੋੜਾ ਮਾਰੇਗਾ, ਤੇਰਾ ਮਨ ਟਿਕਾ ਵਿੱਚ ਆ ਜਾਏਗਾ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਵੇਦ ਹਥਿਆਰ, ਉਸ ਗਿਆਨ ਦੇ ਥੋੜੇ ਨਾਲ ਜਿਹੜੀ ਐਰਨ ਮੱਤ ਬਣਾਈਏ ਨਾ, ਜਿਸ ਤਰ੍ਹਾਂ ਸੁਨਿਆਰਾ ਉਹ ਲੋਹਾ ਥੱਲੇ ਰੱਖ ਕੇ ਉੱਤੇ ਠੋਕਾ ਠਾਕੀ ਕਰਦਾ ਹੈ, ਤੂੰ ਗਿਆਨ ਦੀ ਠੋਕਾ ਠਾਕੀ ਉਸ ਮੱਤ ਦੇ ਨਾਲ ਕਰ। ਅੱਗੋਂ ਮਾਰੇ ਕਹਿੰਦੇ ਨੇ, ਭਉ ਖਲਾ ਅਗਨ ਤਪਤਾਓ। ਭਉ ਹੁੰਦਾ ਡਰ, ਖਲਾ ਇੱਕ ਧੋਖਣੀ ਹੁੰਦੀ ਹੈ। ਤੁਸੀਂ ਕਦੀ ਸੁਨਿਆਰੇ ਕੋਲ ਜਾਓ, ਇੱਕ ਬਾਂਸ ਜੀ ਵਰਗੀ ਨਾ ਇੱਕ ਲੋਹੇ ਦੀ ਖਾਲੀ ਹੁੰਦੀ ਅੰਦਰੋਂ, ਉਹ ਫੂਕ ਮਾਰਦਾ, ਜਿਹੜੀ ਉਹਦੀ ਕੋਠਾਰੀ ਜਿਹੜੀ ਭੱਠੀ ਉਹਦੀ ਚਲਦੀ ਹੁੰਦੀ ਹੈ ਨਾ, ਜੇ ਸੇਕ ਘੱਟ ਹੋ ਜਾਏ ਤੇ ਉਹਨੂੰ ਫੂਕ ਮਾਰਦਾ ਹੈ ਤੇ ਉਹ ਫਿਰ ਸੇਕ ਤੇਜ਼ ਹੋ ਜਾਂਦਾ ਹੈ। ਇਹ ਤੁਸੀਂ ਕਦੀ ਦੇਖੋ, ਅਸੀਂ ਛੋਟੇ ਹੁੰਦੇ ਸਾਂ ਤੇ ਜਦੋਂ ਸੁਨਿਆਰੀ ਦੁਕਾਨ 'ਤੇ ਜਾਂ ਘਰਾਂ ਦੇ ਵਿੱਚ ਵੀ ਤੁਸੀਂ ਕਈ ਵਾਰੀ ਦੇਖਦੇ ਹੋ, ਅੱਗ ਨਹੀਂ ਬਲਦੀ ਸੀ ਨਾ, ਤੇ ਇੱਕ ਛੋਟੀ ਜਿਹੀ ਪਾਈਪ ਵਰਗੀ ਧੋਕਣੀ ਰੱਖੀ ਹੁੰਦੀ ਸੀ, ਤੇ ਉਹ ਫੂਕ ਮਾਰਦੇ ਸਨ ਤੇ ਉਹ ਸੇਕ ਇੱਕਦਮ ਹੁੰਦਾ ਸੀ ਤੇ ਫਿਰ ਵੱਜ ਜਾਂਦਾ। ਮਹਾਰਾਜ ਕਹਿੰਦੇ ਨੇ, ਜਿਸ ਤਰ੍ਹਾਂ ਉਹਨੇ ਖੱਲਾ ਰੱਖੀ ਹੋਈ ਹੈ ਨਾ ਸੁਨਿਆਰੇ ਨੇ, ਪਰ ਮਹਾਰਾਜ ਸਾਨੂੰ ਕਿਉਂ ਕਹਿ ਰਹੇ ਨੇ ਇਸ ਤਰ੍ਹਾਂ ਦੀ? ਮਹਾਰਾਜ ਕਹਿਣ ਦਾ ਭਾਵ ਹੈ ਕਿ ਤੂੰ ਉਹ ਡਰ ਦੀ ਧੋਕਲੀ ਬਣਾ ਲੈ, ਖੱਲਾ ਬਣਾ ਲੈ। ਕਿੱਥੇ ਵੀ ਤੇਰੇ ਪੁੰਨ ਘਟ ਰਹੇ ਹੋਣ, ਫਿਰ ਧਿਆਨ ਦੇਣਾ, ਜੇ ਤੇਰੇ ਪੁੰਨਾਂ ਦਾ ਸੇਕ ਘਟ ਰਿਹਾ ਹੋਵੇ, ਤੂੰ ਉਸ ਪਰਮਾਤਮਾ ਦੇ ਨਿਰਮਲ ਭਉ ਦੇ ਨਾਲ ਉਸ ਧੋਖਣੀ ਨੂੰ ਯੂਜ਼ ਕਰਕੇ ਫੂਕ ਮਾਰ ਕੇ ਉਸ ਖਲਾ ਦੇ ਰਾਹੀਂ ਉਸ ਭੱਠੀ ਜਿਹਨੇ ਜਿਸ ਤਰ੍ਹਾਂ ਉਹਨੇ ਪਖਾਇਆ ਵੇ, ਤੇ ਤੂੰ ਨਿਰਮਲ ਭਉ ਦੇ ਨਾਲ ਉਸ ਆਪਣੀ ਇੰਦਰੀਆਂ ਤੇ ਵਸ ਕਰ ਲੈ। ਕਿਤਨਾ ਸੋਹਣਾ ਦੇਖੋ ਮਹਾਰਾਜ ਨੇ ਸਾਨੂੰ ਉਦਾਹਰਨ ਦਿੱਤਾ ਹੈ। ਹਮੇਸ਼ਾ ਇਸ ਤਰ੍ਹਾਂ ਸੋਚ ਕੇ ਪਰਮਾਤਮਾ ਦੀ ਮੇਰੇ ਤੇ ਡਰ ਵਰਗੀ ਤਲਵਾਰ ਲਟਕੀ ਹੋਈ ਹੈ, ਉਹਨੂੰ ਆਪਣੇ ਵਿਕਾਰਾਂ ਨੂੰ ਹਾਵੀ ਨਾ ਹੁੰਦੇ ਪਰਮਾਤਮਾ ਦੀ ਉਸ ਭਉ ਉਸ ਖਲਾ ਨੂੰ ਲੈ ਕੇ ਉਸ ਅੱਗ ਨੂੰ ਬੁਝਣ ਨਾ ਦੇ। ਜਿਉਂ ਸੁਨਿਆਰਾ ਅੱਗ ਬੁਝਣ ਲੱਗਦੀ ਏ, ਉਹ ਧੋਖਲੀ ਉਹ ਖਲਾ ਦਾ ਯੂਜ਼ ਕਰਕੇ ਉਸ ਅੱਗ ਨੂੰ ਹੋਰ ਕਰਦਾ ਹੈ, ਕਿਉਂਕਿ ਅੰਦਰ ਸੋਨਾ ਮਚ ਰਿਹਾ ਹੈ, ਤੇ ਜੇ ਸੋਨਾ ਨੂੰ ਸੇਕ ਨਾ ਮਿਲਿਆ ਤੇ ਉਹ ਸੋਨਾ ਠੰਡਾ ਹੋ ਜਾਏਗਾ ਤੇ ਫਿਰ ਉਹਦੇ ਚੋਂ ਖੋਟ ਨਹੀਂ ਨਿਕਲ ਪਾਏਗੀ। ਦਰਅਸਲ ਗੱਲ ਇਹ ਵੇ, ਫਿਰ ਸਮਝਣਾ, ਅੱਗ ਪਖਾਣ ਦਾ ਮਤਲਬ ਇਹ ਹੁੰਦਾ ਹੈ ਕਿ ਸੋਨਾ ਜਿਹੜਾ ਕੋਠਾਰੀ ਦੇ ਵਿੱਚ ਹੈ,
ਉਹ ਘੁੰਮ ਰਿਹਾ ਹੁੰਦਾ ਹੈ। ਇਹ ਅੱਗੇ ਚੱਲ ਕੇ ਗੁਰੂ ਸਾਹਿਬ ਕਹਿਣਗੇ। ਦੇਖੋ ਸੋਨਾ ਤਦ ਤੱਕ ਟਿਕਦਾ ਨਹੀਂ ਹੈ। ਇਹ ਆਵਾਜ਼ ਵਿੱਚੋਂ ਬੰਦ ਕਰ ਦਿਓ ਪਲੀਜ਼। ਵਾਹਿਗੁਰੂ। ਸੋਨਾ ਤਦ ਤੱਕ ਨਹੀਂ ਟਿਕਦਾ ਜਦ ਤੱਕ ਉਹਦੇ ਅੰਦਰ ਖੋਟ ਨਹੀਂ ਨਿਕਲਦੀ। ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਤੂੰ ਭਉ ਵਰਗੀ ਖਲਾ ਬਣਾ ਲੈ, ਅਗਨ ਤਪ ਤਾਓ। ਅੱਗ ਜਿਹੜੀ ਉਹਨੇ ਅੱਗ ਪਾਈ ਹੁੰਦੀ ਹੈ ਸੁਨਿਆਰੇ ਨੇ, ਤੂੰ ਤਪ ਤਾਓ ਕਰ ਲੈ। ਤਪ ਤਾਓ ਇਹ ਨਹੀਂ ਕਿ ਅਸੀਂ ਨੰਗੇ ਪਿੰਡੇ ਰਹਿਣਾ, ਜੂਨ ਦੇ ਮਹੀਨੇ ਵਿੱਚ ਧੂਣੀਆਂ ਤਖਾ ਲੈਣੀਆਂ ਨੇ, ਜਾਂ ਕੋਈ ਐਸੇ ਕਰਮ ਕਾਂਡ ਕਰਨੇ ਨੇ, ਸਰੀਰ ਨੂੰ ਤਪ ਕਰਨਾ ਹੈ। ਨਹੀਂ, ਤਪ ਤਾਓ ਦਾ ਭਾਵ ਘਾਲਣਾ। ਕਿਹੜੀ? ਜਿਹੜੀ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਕਰ ਰਹੇ ਹੋ, ਜੇ ਉਹਦਾ ਨਾਮ ਸਿਮਰਨ ਕਰ ਰਹੇ ਹੋ, ਇਹ ਤਪਨਾ ਹੈ, ਇਹ ਤਪ ਤਾਓ ਹੈ। ਇਹਦੇ ਨਾਲ ਤੁਸੀਂ ਆਪਣੇ ਮਨ ਨੂੰ ਸੁਆਰਨਾ ਹੈ। ਜਿਸ ਤਰ੍ਹਾਂ ਅੱਗ ਤੋਂ ਬਿਨਾਂ ਸੋਨਾ ਸ਼ੁੱਧ ਨਹੀਂ ਹੋਣਾ ਉਸ ਕੋਠਾਰੀ ਦੇ ਅੰਦਰ, ਇਸੇ ਤਰ੍ਹਾਂ ਇਹ ਤੇਰੀ ਘਾਲਣਾ ਕੀਤੇ ਬਿਨਾਂ ਤੇਰਾ ਜੀਵਨ ਵੀ ਸ਼ੁੱਧ ਨਹੀਂ ਹੋਣਾ। ਤੁਮਾਰੇ ਕਹਿੰਦੇ ਨੇ ਭਾਂਡਾ ਪਾਓ, ਭਾਂਡਾ ਪਾਓ। ਜਿਹੜਾ ਉਹਨੇ ਕੋਠਾਲੀ ਰੱਖੀ ਹੈ ਨਾ, ਜਿਹਦੇ ਵਿੱਚ ਸੋਨਾ ਪਾਉਂਦਾ ਹੈ, ਤੂੰ ਪ੍ਰੇਮ ਦਾ ਭਾਂਡਾ ਬਣਾ ਲੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੇਖੋ ਭਾਂਡਾ ਪ੍ਰੇਮ ਦਾ ਨਹੀਂ ਹੋਏਗਾ ਨਾ, ਤੇ ਰੱਬ ਕਦੀ ਨਹੀਂ ਤਰੁੱਠੇਗਾ। ਇਹ ਗੱਲ ਪੱਕੀ ਜੇ। ਗੋਬਿੰਦ ਭਾਓ ਭਗਤ ਦਾ ਭੁੱਖਾ। ਤੁਸੀਂ ਦੁਨੀਆ ਦੇ ਵਿੱਚ ਵੀ ਕਿਸੇ ਨਾਲ ਔਖਾ ਕੋੜਾ ਬੋਲ ਲਓ, ਪ੍ਰੇਮ ਨਾ ਦਿਖਾਓ, ਭਾਵੇਂ ਤੁਸੀਂ ਜਿੰਨੇ ਮਰਜ਼ੀ ਚੰਗੇ ਹੋਵੋ, ਤੁਹਾਡੇ ਨਾਲ ਕੋਈ ਗੱਲ ਨਹੀਂ ਕਰਕੇ ਰਾਜੀ ਹੋਏਗਾ, ਕਿਉਂਕਿ ਤੁਹਾਡੇ ਅੰਦਰੋਂ ਪ੍ਰੇਮ ਮੁੱਕ ਗਿਆ ਹੈ। ਗੁਰੂ ਸਾਹਿਬ ਕਹਿੰਦੇ ਨੇ, ਤੂੰ ਭਾਂਡਾ ਬਣਾ ਪ੍ਰੇਮ ਦਾ, ਪ੍ਰੇਮ ਦਾ ਭਾਂਡਾ। ਪ੍ਰੇਮ ਭਗਤਾਂ ਨੇ ਪ੍ਰੇਮ ਦਾ ਹੀ ਭਾਂਡਾ ਬਣਾਇਆ ਸੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਵਾਹ। अपने छूटन को जतन करो, हम छूटे तुम आराधे। भगत जी की कहते ने, जब जो हम बांधे मोह फास, तू तो दुनिया के लोगों को मोह फाइयां दे विच पा दिता। सब फसे हुए ने मोह दे विच। किसी को पुत्र प्यारा लगता है, किसी को पोतरा प्यारा लगता है, किसी को अपनी कोठी वेख वेख के ही खुश हो रहा है, कोई अपनी तजोरी विच माया ही वेख के खुश हो ही जा रहा है। हाँ जी, पर महाराज कहते हैं कि सारे मोह माया दे भी फसे पे ने। कोई अपना शरीर सुंदर वेख के ही मान आ रहा है, मैं बड़ा सोहना, बड़ी सोहनी हाँ। महाराज कहते सब फसे हुए ने। जो हम बांधे मोह फास, हम प्रेम बंधन तुम बांधे। पर असी रब्बा तेरे मोह फाइयां दे विच नहीं फसे, असी तेरी ये चीज़ नूं समझ गए हाँ, तुहाडे ज्ञान दे नाल, अपनी सियाणप नाल नहीं, तुहाडी ज्ञान दे नाल। हम प्रेम बंधन तुम बांधे, ਅਸੀਂ ਤੈਨੂੰ ਪ੍ਰੇਮ ਦੇ ਬੰਧਨ ਦੇ ਨਾਲ ਪਾ ਦਿੱਤਾ ਹੈ। ਕਿਉਂਕਿ ਰੱਬ ਨੂੰ ਕਹਿੰਦੇ ਨੇ, ਸਿਆਣੇ ਕਹਿੰਦੇ ਨੇ, ਮਹਾਂਪੁਰਖ ਕਹਿੰਦੇ ਨੇ, ਰੱਬ ਨੂੰ ਫਸਾਣਾ ਹੋਵੇ ਨਾ, ਮੈਂ ਅੱਖਰ ਯੂਜ਼ ਕਰ ਰਿਹਾ, ਕਰਨਾ ਨਹੀਂ ਚਾਹੀਦਾ, ਰੱਬ ਨੂੰ ਆਪਣੇ ਵਸ ਕਰਨਾ ਹੋਵੇ, ਤੂੰ ਭਗਤਾਂ ਕੇ ਵਸ ਭਗਤਾ ਤਾਣ ਤੇਰਾ। ਮਹਾਰਾਜ ਕਹਿੰਦੇ, ਨਾ ਤੂੰ ਆਵੇ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਨੇ, ਨਾ ਤੂੰ ਆਵੇ ਵਸ ਕਿਤੇ ਸਿਆਣਪੇ, ਨਾ ਤੂੰ ਆਵੇ ਵਸ ਤੀਰਥ ਨਹਾਈਏ, ਨਾ ਤੂੰ ਆਵੇ ਵਸ ਧਰਤੀ ਧਾਈਏ, ਨਾ ਤੂੰ ਆਵੇ ਵਸ ਬਹੁਤਾ ਦਾਣ ਦੇ। सबको तेरे वस अगम गोचरा, तू भगतां के वस भगतां तान तेरा। लेकिन तू ते भगतां ने की कीता, हम प्रेम बंधन तुम बांधे। असी तेनू प्रेम दे बंधन ही फसा दिता है। अपने छुटन को जतन करो। हे रब्बा, हुण तू अपने छुटन का यतन कर, असी ते छुट गए हाँ, हम छूटे तुम आराधे। तू तो फस गए, हुण ते जो असी कहना तू उस हिसाब नाल करना। क्यों? वो प्रेम दी है खेल। प्रेम दे विच ते पुत्र प्यो की दाड़ी भी फड़ लेंदा है। गुरु साहब ने प्रेम ही ते लिखा, तू मेरा पिता। नहीं तो इन्ने वड्डे मालक नूं रब नूं भी कोई तू कहंदा है। ये जदों प्रेम बन जाता है ना, उस वेले अखरां दा काम खत्म हो जाता है। उत्थे प्यार दी खेड खेडदी है। फिर प्यार दी, तू मेरा पिता, तू है मेरा माता। मैं हुण किसी नूं तू कह दा, तुहानूं कह दा, या तुसीं मनो, असीं किन्ने आग बगोले हो जाएंगे। पर गुरु साहब परमात्मा नूं कह रहे ने, तू मेरा ओला। देखो बड़िया अखर आएंगे तुहानूं गुरबाणी विच, तू ठाकुर तुम पे अरदास। तो गुरु साहब कहते हैं, भांडा बना प्रेम दा। जिस तरह ओदी कोठारी है ना, तू प्रेम दी कोठारी बना लै, ते की होएगा? अमृत तित ढाल
ਹੁਣ ਉਸ ਜਿਹੜੇ ਭਾਂਡੇ ਪ੍ਰੇਮ ਦਾ ਬਣਾਇਆ ਉਹਦੇ ਵਿੱਚ ਪਾਣਾ ਕੀ ਹੈ? ਉਹਨੇ ਤੇ ਸੋਨਾ ਪਾ ਦਿੱਤਾ। ਦੇਖੋ ਸੋਨਾ ਪਾਉਂਦਾ ਨਾ, ਜਦੋਂ ਤੁਸੀਂ ਸਿਆਣੇ ਬੈਠੇ ਹੋ, ਤੁਸੀਂ ਆਪਣੇ ਗਹਿਣੇ ਲੈ ਕੇ ਜਾਓ ਨਾ ਉਹਦੇ ਕੋਲ, ਸੁਨਿਆਰੇ ਕੋਲ, ਤੇ ਉਹ ਕੀ ਕਰਦਾ ਹੈ? ਤੁਸੀਂ ਕਹਿਣਾ ਜੀ ਇਹਨੂੰ ਗਾਲ ਦਿਓ, ਉਹ ਕੋਠਾਰੀ ਵਿੱਚ ਪਾਉਂਦਾ। ਮੈਨੂੰ ਯਾਦ ਹੈ, ਮੈਂ ਕਈ ਜਗ੍ਹਾ 'ਤੇ ਅਸੀਂ ਜਾਂਦੇ ਹਾਂ ਜਦੋਂ ਸੋਨਾ ਉਹਨੂੰ ਦੇਈਦਾ ਤੇ ਉਹ ਕੋਠਾਰੀ ਵਿੱਚ ਪਾਉਂਦਾ ਤੇ ਥੱਲੋਂ ਸੇਕ ਲਾਉਂਦਾ, ਧੋਖਲੀ ਫੂਕ ਮਾਰਦਾ, ਤੇ ਜਦੋਂ ਅੱਗ ਪੱਕਦੀ ਏ ਤੇ ਸੋਨਾ ਕੋਠਾਰੀ ਦੇ ਅੰਦਰ ਇੰਨੀ ਤੇਜ਼ ਘੁੰਮਦਾ, ਟਿਕਾ ਵਿੱਚ ਨਹੀਂ ਹੁੰਦਾ, ਘੁੰਮੀ ਜਾਂਦਾ। ਤੇ ਕੁਝ ਸਮੇਂ ਬਾਅਦ ਕੀ ਹੁੰਦਾ ਹੈ? ਸੋਨਾ ਟਿਕ ਜਾਂਦਾ ਹੈ। ਤੇ ਪੁੱਛੀਦਾ ਕੋਠਾਰੀ ਬਈ ਸੁਨਿਆਰੇ ਕੋਲ ਕੀ ਹੈ? ਕਹਿੰਦਾ ਜੀ ਜਦ ਤੱਕ ਸੋਨੇ ਦੇ ਅੰਦਰੋਂ ਖੋਟ ਨਹੀਂ ਨਿਕਲੇਗੀ ਨਾ, ਸੋਨਾ ਘੁੰਮਦਾ ਰਹੇਗਾ, ਭੱਜਦਾ ਰਹੇਗਾ। ਹੁਣ ਖੋਟ ਨਿਕਲ ਗਈ, ਖੋਨਾ ਰੁਕਿਆ, ਭਾਵੇਂ ਕੋਠਾਰੀ ਚੱਲ ਰਹੀ ਹੈ। ਇਹਦਾ ਭਾਵ ਪਤਾ ਕੀ ਹੈ? ਇਹਦਾ ਭਾਵ ਹੈ ਕਿ ਜਦ ਤੱਕ ਸਾਡੇ ਅੰਦਰ ਸ਼ੁਭ ਗੁਣ ਨਹੀਂ ਆਉਣਗੇ, ਤਦ ਤੱਕ ਈਰਖਾ, ਨਿੰਦਾ, ਵੇਖ ਕੇ ਸਾੜਾ ਹੰਕਾਰ, ਇਹ ਚੀਜ਼ਾਂ ਸਾਨੂੰ ਉਛਾਲਦੀਆਂ ਰਹਿਣਗੀਆਂ। ਮੇਰੇ ਕੋਲ ਇੰਨੀ ਮਾਇਆ ਹੈ, ਮੈਂ ਇੰਨੇ ਅਹੁਦੇ 'ਤੇ ਹਾਂ, ਇਹ ਚੀਜ਼ਾਂ ਸਾਨੂੰ ਨਾ ਉਸ ਪਰਮਾਤਮਾ ਦੇ ਘਰ ਸ਼ੁੱਧਤਾ ਵਾਸਤੇ ਨਹੀਂ ਲੈ ਕੇ ਜਾ ਰਹੀਆਂ, ਉਹ ਸਾਨੂੰ ਨੀਵੇਂ ਥੱਲੇ ਕੇ ਲੈ ਕੇ ਜਾ ਰਹੀਆਂ ਨੇ। ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕੰਚਨ ਅਸੁੱਧ ਜਿਉ ਕੁਠਾਰੀ ਠਹਿਰਾਤ ਨਹੀਂ, ਸੁੱਧ ਪਏ ਨੇਚਲ ਛੱਬ ਕੇ ਛਕਤ ਹੈ। ਜਦੋਂ ਸ਼ੁੱਧ ਹੋ ਗਿਆ ਉਹ ਰੁਕ ਗਿਆ। ਤਾਂ ਗੁਰੂ ਸਾਹਿਬ ਇੱਥੇ ਇਹੀ ਕਹਿ ਰਹੇ ਨੇ ਕਿ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਪਾ, ਜਿਹੜਾ ਤੁਸੀਂ ਪਾ ਰਹੇ ਹੋ, ਸਵੇਰੇ ਘਾਲਣਾ ਕਰ ਰਹੇ ਹੋ। ਦੇਖੋ ਹੈ ਤੇ ਅੰਮ੍ਰਿਤ ਹੀ ਅੰਦਰ। ਮਨ ਰੇ ਥਿਰ ਰਹੋ, ਮਤ ਕਤ ਜਾਈ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜਿਓ। ਤੂੰ ਕਿਉਂ ਢੂੰਡ ਰਿਹਾ? ਅੰਦਰ ਹੀ ਤੇਰੇ ਅੰਮ੍ਰਿਤ ਹੈ। ਉਸ ਅੰਮ੍ਰਿਤ ਨੂੰ ਕਿਧਰੇ ਇੱਧਰੋਂ ਉੱਧਰੋਂ ਨਾ ਢੂੰਡ। ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਸਾਰੀ ਉਮਰ ਮਿਰਗ ਹਿਰਨ ਕੋਲ ਉਹਦੇ ਸੁਗੰਧੀ ਹੁੰਦੀ ਹੈ, ਘੁੰਮਦਾ ਹੀ ਰਹਿੰਦਾ ਹੈ, ਉਹਨੂੰ ਨਹੀਂ ਪਤਾ ਲੱਗਦਾ ਮੇਰੀ ਧੁੰਨੀ ਦੇ ਵਿੱਚ ਹੀ ਸੁਗੰਧੀ ਪਈ ਹੋਈ ਹੈ, ਕਸਤੂਰੀ ਪਈ ਹੋਈ ਹੈ। ਪਰ ਅਸੀਂ ਸਾਡੀ ਵੀ ਖੇਡ ਹੈ ਵੇ, ਸਾਡੇ ਅੰਦਰ ਹੀ ਨਾਮ ਰੂਪੀ ਅੰਮ੍ਰਿਤ ਪਿਆ ਹੋਇਆ ਹੈ, ਪਰ ਅਸੀਂ ਬਾਹਰ ਕਿਸੇ ਡੇਰਿਆਂ ਤੇ ਕਿਸੇ ਸਿਆਣਿਆਂ ਕੋਲੋਂ ਆਪਣੀ ਜਿਹੜੀ ਲੱਕ ਹੈ, ਭਾਗ ਹੈ, ਉਹਦੇ ਬਾਰੇ ਅਸੀਂ ਪੁੱਛਦੇ ਰਹਿੰਦੇ ਹਾਂ। ਬਈ ਕਿਸ ਤਰ੍ਹਾਂ ਸਾਡੇ ਦਿਨ ਚੰਗੇ ਆਉਣਗੇ, ਕਿਸ ਤਰ੍ਹਾਂ ਅਸੀਂ ਇਹ ਠੀਕ ਹੋਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਪੁੱਛਣ ਦੀ ਲੋੜ ਨਹੀਂ, ਤੇਰੇ ਅੰਦਰ ਹੀ ਰੱਬ ਰੂਪੀ ਨਾਮ ਅੰਦਰ ਹੀ ਹੈ। ਉਹਦੇ ਵਾਸਤੇ ਤੈਨੂੰ ਬਾਹਰ ਦਾ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ ਨੂੰ ਛਕਣਾ ਪਏਗਾ, ਤਾਂ ਹੀ ਤੇਰਾ ਉਸ ਅੰਮ੍ਰਿਤ ਦੇ ਨਾਲ ਸੁਮੇਲ ਹੋਏਗਾ। ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਭਾਂਡਾ ਪਾਓ, ਭਾਓ ਦਾ ਭਾਂਡਾ, ਅੰਮ੍ਰਿਤ ਰੂਪੀ ਭਾਂਡਾ, ਜਿਹੜਾ ਪ੍ਰੇਮ ਦਾ ਭਾਂਡਾ ਬਣਾ ਲੈ। ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਤੂੰ ਅੰਮ੍ਰਿਤ ਰੂਪੀ ਨਾਮ ਪਾਣਾ ਹੈ। ਜਿਸ ਤਰ੍ਹਾਂ ਸੋਨਾ ਪਾਉਂਦਾ ਨਾ ਉਹਨੂੰ ਢਾਲਣ ਵਾਸਤੇ, ਤੇ ਤੂੰ ਉਸ ਭਾਂਡੇ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਪਾ। ਰੋਜ਼ ਸਿਮਰਨ ਕਰ, ਰੋਜ਼ ਅੰਮ੍ਰਿਤ ਵੇਲੇ ਜਾਗ, ਰੋਜ਼ ਨਿਤਨੇਮ ਇਸ ਦੇ ਅੰਦਰ ਪਾ। ਜਦ ਬਾਹਰ ਦਾ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ ਹਿਰਦੇ ਰੂਪੀ ਘਰ ਦੇ ਅੰਮ੍ਰਿਤ ਨਾਲ ਮੇਲ ਹੋਏਗਾ, ਉਸ ਵੇਲੇ ਰੱਬ ਪ੍ਰਗਟ ਹੋ ਜਾਏਗਾ ਤੇਰੇ ਅੰਦਰ ਹੀ, ਤੂੰ ਆਪ ਹੀ ਰੱਬ ਹੋ ਜਾਏਗਾ। ਰੱਬ ਤੇ ਸਾਰਿਆਂ ਅੰਦਰ ਹੈ, ਤੇ ਫਿਰ ਸਾਰੇ ਕਿਉਂ ਨਹੀਂ ਪ੍ਰਗਟ ਕਰ ਰਹੇ? ਕਿਉਂਕਿ ਉਹਨਾਂ ਨੇ ਅੰਦਰ ਦੇ ਅੰਮ੍ਰਿਤ ਨੂੰ ਜਗਾਉਣ ਵਾਸਤੇ ਬਾਹਰ ਦੇ ਅੰਮ੍ਰਿਤ ਨੂੰ ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ, ਹਿੰਮਤ ਹੀ ਨਹੀਂ ਕੀਤੀ, ਉਦਮ ਹੀ ਨਹੀਂ ਕੀਤਾ, ਉਪਰਾਲਾ ਹੀ ਨਹੀਂ ਕੀਤਾ। ਜਿਹੜੇ ਉਪਰਾਲੇ ਕਰਦੇ ਨੇ ਤੇ ਫਿਰ ਮਾਰੇ ਕਹਿੰਦੇ ਨੇ ਘੜੀਏ ਸ਼ਬਦ ਸੱਚੀ ਟਕਸਾਲ। ਕਹਿੰਦੇ ਨੇ ਉਹ ਟਕਸਾਲ ਪਤਾ ਕਿਹੜੀ ਹੁੰਦੀ ਹੈ? ਜਿੱਥੇ ਇਹ ਗੌਰਮੈਂਟ ਕਰੰਸੀ ਛਾਪਦੀ ਹੈ ਨਾ, ਜਿੱਥੇ ਸਿੱਕੇ ਢਲਦੇ ਨੇ, ਉਹਨੂੰ ਟਕਸਾਲ ਬੋਲਦੇ ਨੇ। ਤੇ ਇਹ ਸਤ ਸੰਗਤ ਵੀ ਇੱਕ ਟਕਸਾਲ ਹੈ। ਇੱਥੇ ਸਾਡੇ ਮਾੜੇ ਕਰਮਾਂ ਦੇ ਸਿੱਕੇ ਢਲੇ ਜਾ ਰਹੇ ਨੇ, ਸਾਡੇ ਅੰਦਰੋਂ ਮੈਲ ਦੀ ਸਾਰੇ ਕਰਮ ਕੱਟੇ ਜਾ ਰਹੇ ਨੇ। ਜਿਉਂ-ਜਿਉਂ ਅਸੀਂ ਇਸ ਟਕਸਾਲ ਵਿੱਚ ਆਉਂਦੇ ਹਾਂ, ਸਾਡਾ ਜਿਸ ਤਰ੍ਹਾਂ ਇੱਕ ਸਿੱਕਾ ਬਣਦਾ ਹੈ ਨਾ, ਉਸ ਤਰ੍ਹਾਂ ਸਾਡੇ ਕਰਮ ਚੰਗੇ ਬਣਦੇ ਨੇ। ਉਹਦੇ ਸਾਡੇ ਸ਼ਬਦ ਦੇ ਨਾਲ
ਸਾਡੀ ਸੁਰਤ ਮਤ ਘੜੀ ਜਾ ਰਹੀ ਹੈ। तो महाराज कहते हैं घड़ी है शब्द सच्ची टकसाल। पर महाराज सानू ये दसो ये सारिया चीज़ां करेगा कौन? महाराज कहते हैं जिन को नदर करम तिनकार। जिन्हां दे उत्ते परमात्मा वो बख्शिश करेगा उही कार कर सकते हैं, होर कोई नहीं कर सकता। मत भुलेखे च रवो कि मेरे करके मैं ही कीता ते तां होया। नहीं भाई, दुनिया दे काम करके तू मैं लै सकना वें, पर परमात्मा दे ये चंगे काम ये जिहड़ी महाराज ने सुनियारे दी सानू उदाहरण दित्ती है ना, ये वजी बिरती लियाण वास्ते उस परमात्मा दी किरपा चाहिए जिहदे उत्ते परमात्मा किरपा करदा है। हुण कदी भी मन च ना लियाना कि मैं उठिया वां, मैं नितनेम कीता। नहीं भाई, ये पंक्ति नूं पढ़ लो, जिनको नदर करम तिनकार। जिन्हां दे उत्ते परमात्मा नदर भरी वो कार वो टकसाल दे विच तैयार करन वास्ते, शब्द की घाड़त करन वास्ते जिन्हां उत्ते बख्शिश करदा है। सारे नहीं, गुण निधान गुण तिन ही गाए जाको किरपा धारी। गुणां दे खजाने नूं वही गा सकदा है, वही सुन सकदा है जिहदे उत्ते परमात्मा किरपा करदा है। जिनको नदर करन तिनकार। ते फिर महाराज की होएगा? नानक नदरी नदर निहाल। वो फिर सदा ही उस परमात्मा की दृष्टि नाल निहाल 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 हो जाता है। वो अपने उपराले नाल नहीं, पर जिहड़ा शुरू करेगा, जिहड़ा कदम पट्टेगा, वही नदरी नदर निहाल होएगा। हुण असीं चाहिए ही ना जी परमात्मा किरपा करेगा तो मैं जाऊँगा, नहीं, तुसीं पहला कदम ते पट्टो। चरण सरन गुर एक पैंडा जाए, सतगुर कोट पैंडा आगे होए लेत है। तो सतगुरु ने अज इस पौड़ी के अंदर सानू ये समझाना किया है, जिस तरह सुनियारे की दुकान है, तू अपनी इंद्रियां नू वस कर लै, सुनियारे वर्गा धीरज ले आ, ऐरन मत जिहड़ी उहदा ऐरन है तू मत बना लै, जिहड़ा उत्ते हथियार है वो तू ज्ञान का हथियार चला, ते जिहड़ी वो खला यूज़ करदा है तू परमात्मा का भो हमेशा रख। तू ये सोच कि गुरु मेरे सदा नाल है। ते जिहड़ी वो अग्नि तपांदा है ते तू उहदे वास्ते घाल ना कर, उहदे वास्ते अमृत वेले जाग, गुरु की बाणी पढ़, ये तपना है। तो गुरु साहब कहते जिहड़ा उहदे कोल भांडा है वो तू प्रेम दा बना लै, ते अमृत उहदे विच अमृत रूपी नाम ढाल। ते की होएगा जदों तू इस तरह करेगा तो फिर गुरु साहब कहते हैं जिनको नदर करन तिनकार, नानक नदरी नदर निहाल। सो महाराज ने किरपा करके अज दी इस विचार नाल सतगुरु ने सेवा लई है। बेअंत भुल्लां गलतियां होईयां ने वो दास दियां ने, बचन गुरु